बड़ी खोजबीन तो बाद असीं तुहाडे कोल वचन नूं लैके आ रहे हैं। हालेलुया। पिछले सन 92 तो लैके जो कुछ सीखते आ रहे हैं उन्हां चीज़ां दा निचोड़ दे रहे तुहानूं। की है जी? निचोड़। सन 92 तो 21 तक कितने साल हो गए भला? मेरे ख्याल 29 साल, 29 या 30। सन 92 तो 29 साल, 29 साल ਦਾ ਸਿੱਖੇ ਹੋਏ ਦਾ ਇਹਨਾਂ ਦਿਨਾਂ 'ਚ ਅਤੀ ਪਵਿੱਤਰ ਸਥਾਨ ਦੇ ਵਿੱਚ ਉਹਨਾਂ ਚੀਜ਼ਾਂ ਦਾ ਨਿਚੋੜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਕਾਫੀ ਖੋਜਬੀਨ ਕਰਨ ਤੋਂ ਬਾਅਦ ਫਿਰ ਮੇਰਾ ਖਿਆਲ ਦਿਹਾੜੀ 'ਚ 8-8, 9-9 ਘੰਟੇ ਵੀ ਲੱਗ ਜਾਂਦੇ, ਕਈ ਵਾਰੀ 12 ਘੰਟੇ ਵੀ ਲੱਗ ਰਹੇ ਆ। ਸਿਰਫ ਛੋਟਾ ਤੁਹਾਡੇ ਲਈ ਲਿਆ ਕੇ ਵਿਸ਼ਾ ਜਿਹੜਾ ਅਗਲਾ ਹਿੱਸਾ ਉਹ ਪਹੁੰਚਾ ਦਿੱਤਾ ਜਾਵੇ। ਪਰ ਤੁਸੀਂ ਕਿੰਨੀ ਕੁ ਲਈ ਪ੍ਰਾਰਥਨਾ ਕਰਦੇ ਮੈਨੂੰ ਇਹਦੇ ਬਾਰੇ ਪਤਾ ਨਹੀਂ। ਹਾਲੇਲੂਇਆ। ਦਾਸ ਪਹਾੜ ਤੇ ਗਿਆ ਹੋਇਆ ਹੈ ਮੂਸਾ ਵਾਂਗੂ। ਤੁਸੀਂ ਥੱਲੇ ਬੱਚਾ ਬਣਾ ਕੇ ਬਹਿੰਦੇ ਆ ਆਪਣੇ ਫੋਨਾਂ ਦਾ, ਟੈਲੀਵਿਜ਼ਨਾਂ ਦਾ, ਸੀਰੀਅਲ ਦਾ, ਜਾਂ ਆਪਣੇ ਦੁਨਿਆਵੀ ਕੰਮਾਂ ਦਾ, ਜਾਂ ਫਿਰ ਪਿੱਛੇ ਪ੍ਰਾਰਥਨਾ ਕਰਦੇ ਆ ਜਿੱਦਾਂ ਯਹੋਸ਼ੂ ਪਿੱਛੇ ਥੱਲੇ ਬੈਠਾ ਹੈ। ਹਾਲੇਲੂਇਆ। ਹਾਲੇਲੂਇਆ। 3 ਕੈਟਾਗਰੀਆਂ। ਯਹੋਸ਼ੂ ਮੂਸਾ ਉੱਤੇ ਆ, ਸੈਂਟਰ 'ਚ ਯਹੋਸ਼ੂ ਆ, ਨੀਚੇ ਕੌਣ ਆ? ਪਬਲਿਕ ਆ। ਪਬਲਿਕ ਜਿਹੜੀ ਆ ਉਹ ਕੀ ਕਰ ਰਹੀ ਆ? ਉਹਨਾਂ ਨੂੰ ਮੂਸਾ ਦੇ ਨਾਲ ਕੋਈ ਮਤਲਬ ਨਹੀਂਗਾ। ਉਹ ਕਹਿੰਦੇ ਵੀ ਜੇ ਸਾਡੀ ਇੱਧਰੋਂ ਅਗਵਾਈ ਹੋਰ ਕੋਈ ਕਰਨ ਵਾਲਾ ਨਹੀਂ ਤੇ ਅਸੀਂ ਆਪਣੇ ਮਨ ਦਾ ਦੇਵਤਾ ਬਣਾਵਾਂਗੇ, ਅਸੀਂ ਬੱਚੇ ਨੇ ਕੰਮ ਚਲਾ ਲਵਾਂਗੇ। ਹਾਲੇਲੂਇਆ। ਸੋ ਤੁਸੀਂ ਕਾਹਦੇ ਨਾਲ ਚਲਾ ਰਹੇ ਆ? ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਪਰ ਉੱਪਰ ਖੁਦਾ ਦੇਖਦਾ। ਇੱਕ ਦਾਸ ਆ, ਮਿਹਨਤ ਕਰ ਰਿਹਾ ਹੈ, ਉਹਨੂੰ ਸੌਂਪੇ ਹੋਏ ਲੋਕਾਂ ਦੀ ਅਗਰ ਦਿਲਚਸਪੀ ਉਹਦੇ ਵਿੱਚ ਨਹੀਂ ਤੇ ਫਿਰ ਉਹ ਉਸੇ ਪ੍ਰਕਾਰ ਜਿੱਦਾਂ ਉਹਨਾਂ ਨੂੰ ਫਿਰ ਉਹਦੀ ਸਵਾਹ ਸਾੜ ਕੇ ਤੇ ਉਹਦੀ ਸਵਾਹ ਜਿਹੜੀ ਸੀ ਉਹਨਾਂ ਨੂੰ ਪਿਲਾ ਦਿੱਤੀ ਗਈ ਸੀ ਘੋਲ ਕੇ ਉਸੇ ਬੱਚੇ ਦੀ, ਹੈ ਨਾ। ਉਹਨਾਂ ਨੂੰ ਉਹਨਾਂ ਦੀ ਕਰਨੀ ਦਾ ਕੀ ਮਿਲ ਗਿਆ ਭਲਾ? ਫਲ ਮਿਲ ਗਿਆ। ਹਾਲੇਲੂਇਆ। ਸੋ ਇਹਨਾਂ ਦਿਨਾਂ ਵਿੱਚ ਜੇ ਅਸੀਂ ਸੱਚੀ ਮੁੱਚੀ ਆਮਦ ਲਈ ਤਿਆਰ ਹਾਂ ਤੇ ਫਿਰ ਸਾਨੂੰ ਆਪਣਾ ਜਿੱਥੇ ਵੀ ਕੋਈ ਕਮਜ਼ੋਰੀ ਪਾਈ ਜਾਂਦੀ ਆ ਉਹਨੂੰ ਕੀ ਕਰਨਾ ਆ? ਦੂਰ ਕਰਨਾ ਹੈ। ਹਾਲੇਲੂਇਆ। ਤਿਆਰੀ ਦੀ ਇਹ ਪਹਿਚਾਣ ਹੈ। ਸੋ ਪਰਦਾ ਜਿਹੜਾ ਹੈ ਉਸ ਜਗ੍ਹਾ ਤੇ ਜਦੋਂ ਫਟ ਰਿਹਾ ਆ ਤੇ ਉਸ ਜਗ੍ਹਾ ਤੇ ਇਹਨੂੰ ਅਸੀਂ ਇੱਕ ਇਸ ਹਿਸਾਬ ਨਾਲ ਵੀ ਕਹਿ ਰਹੇ ਹਾਂ ਕਿ ਯਿਸੂ ਮਸੀਹ ਜਦੋਂ ਹੁਣ ਉੱਥੇ ਉਹ ਜਾਨ ਦੇ ਰਿਹਾ ਤੇ ਈਸ਼ਵਰ ਤੱਕ ਤੇ ਮਨੁੱਖ ਤੱਕ ਕੀ ਆ ਉੱਥੇ ਅਲੱਗ ਹੋ ਰਿਹਾ। ਹਾਲੇਲੂਇਆ। ਜਿਹੜਾ ਮਨੁੱਖ ਤੱਕ ਅਲੱਗ ਹੋ ਰਿਹਾ ਉਹ ਜਾਨ ਆਪਣੀ ਦੇ ਰਿਹਾ ਹੈ। ਹਾਲੇਲੂਇਆ। ਈਸ਼ਵਰ ਤੱਕ ਜਿਹੜਾ ਸਿਰ ਆ ਉਹ ਜਗ੍ਹਾ ਤੇ ਰਹਿ ਗਿਆ। ਜਿੱਦਾਂ ਦੱਸਿਆ ਸੀ ਕਿ ਵਾਚਾ ਦੇ ਵਿੱਚ ਪਸ਼ੂ ਨੂੰ ਗਲਾ ਕੱਟ ਕੇ ਉਸ ਇੱਦਾਂ ਨਹੀਂ ਕਰਦੇ, ਉਹਨੂੰ ਬਲੀਦਾਨ ਇਸ ਪ੍ਰਕਾਰ ਨਹੀਂ ਕਰਦੇ। ਉਹ 'ਚ ਸੈਂਟਰ 'ਚੋਂ ਵੜ ਦਿੱਤਾ ਜਾਂਦਾ, ਪੇਟ 'ਚ ਜਿੱਥੇ ਸੈਂਟਰ ਬਣਦਾ ਉੱਥੋਂ ਵੜ ਦਿੱਤਾ ਜਾਂਦਾ ਤੇ ਉਹਨੂੰ ਖਿੱਚ ਦਿੱਤਾ ਜਾਂਦਾ। ਜਿਹੜੀ ਫਿਰ ਲਹੂ ਦੇ ਵਿੱਚ ਵਿੱਚ ਨਿਸ਼ਾਨ ਪੈਂਦਾ ਹੈ, ਡੁੱਲਦਾ ਲਹੂ, ਉਹਦੇ ਵਿੱਚੋਂ ਦੀ ਆਰ ਪਾਰ ਨਿਕਲਦੀ ਆ ਵੀ ਜਿਹੜਾ ਇਸ ਗੱਲ ਤੋਂ ਮੁਕਰੇ ਉਹਦੇ ਨਾਲ ਇੱਦਾਂ ਹੀ ਹੋਵੇ। ਹਾਲੇਲੂਇਆ। ਸੋ ਇਸ ਜਗ੍ਹਾ ਤੇ ਵੀ ਇੱਕ ਕਿਸਮ ਦਾ ਇਹੀ ਸਿਸਟਮ ਨੂੰ ਹੀ ਆਪਾਂ ਦੇਖਦੇ। ਮੈਂ ਉਹ ਸਿਸਟਮ ਨਹੀਂ ਕਹਿੰਦਾ, ਇਸ ਰੂਪ ਨੂੰ ਆਪਾਂ ਉੱਥੇ ਦੇਖ ਰਹੇ ਹਾਂ। ਯਾਨੀ ਕਿ ਸਿਰ ਅਲੱਗ ਆ ਤੇ ਧੜਕੇ ਹੋ ਗਿਆ ਹੈ ਅਲੱਗ ਹੈ। ਧੜਕੇ ਨਾਲ ਹੀ ਦੇ ਦਿੱਤਾ ਗਿਆ ਹੈ, ਸਾਡੇ ਨੂੰ ਦੇ ਦਿੱਤਾ ਗਿਆ। ਹੁਣ ਉਹਨੇ ਆਪਣਾ ਧੜ ਦੇ ਦਿੱਤਾ ਤੇ ਉਸ ਧੜ ਦੇ ਵਿੱਚ ਲੱਗਣ ਲਈ ਸਾਨੂੰ ਮੌਕਾ ਮਿਲ ਗਿਆ। ਉਸ ਧੜ ਵਿੱਚ ਲੱਗਣ ਲਈ ਸਾਨੂੰ ਮੌਕਾ ਮਿਲ ਗਿਆ ਤਾਂ ਕਿ ਧੜ ਔਰ ਸਿਰ ਜਲਾਲੀ ਈਸ਼ਵਰ ਤਬ ਦੇ ਨਾਲ ਮਨੁੱਖ ਤਬ ਨੂੰ ਮਿਲਣ ਦਾ ਮੌਕਾ ਯਿਸੂ ਦੇ ਫਟਣ ਦੇ ਨਾਲ ਮਿਲਿਆ। ਹਾਲੇਲੂਇਆ। ਫਟਣ ਦੇ ਨਾਲ ਕੋਈ ਮੌਕਾ ਮਿਲਿਆ ਹੈ। ਇਸ ਲਈ ਇਹ ਬੜੀਆਂ ਗੰਭੀਰ ਗੱਲਾਂ ਆ ਔਰ ਇਹਨਾਂ ਤੇ ਅਸੀਂ ਧਿਆਨ ਨਹੀਂ ਕਰਦੇ। ਜੇਕਰ ਸਿੱਖਿਆ ਸਾਡੇ ਤੱਕ ਪਹੁੰਚਾ ਦਿੱਤੀ ਗਈ ਫਿਰ ਵੀ ਆਪਾਂ ਗੰਭੀਰ ਨਹੀਂ ਹੁੰਦੇ ਤੇ ਬੜਾ ਸਮੱਸਿਆ ਵਾਲਾ ਕੰਮ ਹੈਗਾ। ਹਾਲੇਲੂਇਆ। ਸੋ ਤੁਹਾਨੂੰ ਸਾਡੇ ਲਈ ਬਹੁਤ ਜ਼ਿਆਦਾ ਪ੍ਰਾਰਥਨਾ ਕਰਨ ਦੀ ਲੋੜ ਆ। ਮਨ 'ਚ ਬਹਿੰਦੇ ਉੱਠਦੇ ਕੰਮ ਧੰਦਾ ਕਰਦੇ ਵੀ ਤੁਹਾਡਾ ਧਿਆਨ ਆਪਣੇ ਸੇਵਕਾਂ 'ਚ ਰਹਿਣਾ ਚਾਹੀਦਾ ਕਿ ਖੁਦਾਵੰਦ ਤੂੰ ਤੇਰੇ ਕੋਲ ਰਹਿੰਦੇ ਆ ਤੇ ਤੂੰ ਉਹਨਾਂ ਨੂੰ ਕੀ ਕਰ? ਪ੍ਰਕਾਸ਼ ਕਰ। ਅਗਰ ਉਹਨਾਂ ਵਿੱਚ ਵੀ ਕੋਈ ਕਮੀ ਪਾਈ ਜਾਂਦੀ ਤਾਂ ਉਹਨੂੰ ਕੀ ਕਰਦੇ? ਜ਼ਰੂਰ ਕਰਦੇ।
हालेलुया। जिथे जिथे भी जो कुछ भी है सैट करके साडे तक वो प्रकाश पहुंचा दे ताकि असीं तेरी योजना दे विच सहभागी होईए। हालेलुया। सो ਉਹਦੇ ਚ ਆਪਾਂ ਦੇਖਿਆ कि पर्दा किवें ਬਣਿਆ। ਹੁਣ ਵਿਸ਼ਾ ਕਿਹੜਾ ਚੱਲ ਰਿਹਾ ਹੈ? पर्दा किवें ਬਣਿਆ। 7ਵਾਂ ਸਟੈਪ ਆਪਾਂ पर्दे ਦੇ ਵਿੱਚੋਂ ਦੇਖ ਰਹੇ ਹਾਂ। 7ਵੀਂ ਗੱਲ ਤੇ ਆਪਾਂ ਦੇਖ ਰਹੇ ਹਾਂ पर्दे ਦੇ ਲਈ कि ਇਹ पर्दा ਬਣਿਆ ਕਿਵੇਂ, किस प्रकार ਦੇ ਨਾਲ ਇਹ पर्दा ਬਣਿਆ। ਉੱਥੇ पर्दा ਬਣਾਇਆ ਗਿਆ ਲੋਕਾਂ ਵੱਲੋਂ। ਹਾਲੇਲੂਇਆ। ਹਾਲੇਲੂਇਆ। ਬਣਾਇਆ ਲੋਕਾਂ ਵੱਲੋਂ ਗਿਆ, ਇੱਛਾ ਪਰਮੇਸ਼ਰ ਦੀ ਆ। ਹਾਲੇਲੂਇਆ। ਔਰ ਜਿਹਦੀ ਕਾਪੀ ਲਈ ਗਈ ਆ ਉਹ ਵੀ ਸਵਰਗ ਚੋਂ ਆ, ਪਰ ਬਣਿਆ ਕਿਹੜੇ ਮਟੀਰੀਅਲ ਦੇ ਨਾਲ ਆ? ਧਰਤੀ ਦੇ ਮਟੀਰੀਅਲ ਨਾਲ। ਪਰ ਯਿਸੂ ਮਸੀਹ ਕਹਿੰਦਾ ਮੈਂ ਧਰਤੀ ਦਾ ਨਹੀਂ, ਸਿੱਧਾ ਹੀ ਕਹਿ ਦਿੱਤਾ। और नाल कह दिता कि पिता ने हुण बलिदान चढ़ावे नहीं चाहे, उन्हें एक देह तैयार की। किहने तैयार की फिर? परमेश्वर ने ये देह तैयार की और उहदे विच फिर किरपा ते सच्चाई नूं भरिया। मटीरियल किहड़ा आया नाल? इस पर्दे विच मटीरियल किहड़ा पाया गया फिर? किरपा और सच्चाई दे नाल। और नाल आत्मक जिहड़ा आत्मा मसीह दा आया, मसीह का आत्मा सानू दिता गया है। हालेलुया। जिहड़ा उहदे कोल आत्मा आ उहदे विच की गल्लां हैगियां? आत्मा दे फल तां आत्मा दा फल तां प्रगट है अर्थात प्रेम। सो खुदा दासा ने भी दस्सिया आत्मा दे फल निगे। आत्मा दा की है भला? फल आ एक ही फल आ। हालेलुया। तो गां जाके वो किया इसे फल नूं प्रमाणित कर लई गां अगली 8 चीज़ां दा नाम लिया। संतरा आ मेन ते विचलियां की आ वो 8 फाड़ियां प्रमाणित कर दियां वाकई ये की आ संतरा। हालेलुया। सो वो 8 चीज़ां पवित्र आत्मा जदों वो साडे च आया है ते सारियां चीज़ां लैके आया है। खुदा दा प्रेम साडे विच डोल दिता गया पवित्र आत्मा दे वसीले दे नाल। हालेलुया। आत्मा का फल साडे विच पाया गया और ये फल असी वो 8 चीज़ों के द्वारा की करना है? बाकियां दे विच प्रगट करना है। जिद्दां तुहानूं दस्सिया संतरे का खोल मान लो, सेंटर चों संतरा कड्डो, कट्टो ते विचों फाड़ियां कढ दिओ ते बाद च उहनूं किसी गूंद गांद नाल दोनां ढक्कण नूं जोड़ दो, गेंद जी बन गई है ना। ते ओह इदां किसी नूं फड़ाओगे ते किहड़ा प्रेम रह गया फिर? खोखला ही प्रेम रह गया। यही अपने च पाया जाता। शैतान वो साडा रस रुस कढ़ के ना वो वेस्ट करी जा रहा जिन्ना भी। हालेलुया। हालेलुया। वो फाड़ियां कढ़ कुढ़ के की करी जांदा? वेस्ट करी जांदा। हुण सानू वो गेंद जी फड़ा दिंदा, एक दूसरे दी अखां च पाओ। हालेलुया। जा चक के लिया मड़ा, मैं घर ही लवां थोड़ा प्रैक्टिकल जा। हालेलुया। एक ही नहीं सारे ने लक ले, फिर अगले कहेंगे सानू भी दिओ। हालेलुया। गल समझ के आप चलना है ना, क्योंकि ये गल्लां दे विच जिन्नू समझ आ जाती असल दे विच ओहदी गल घर कर जाती दिमाग दे विच। जो घर कर गई मन दे विच ते फिर समझ लो उन्हें काम भी करना शुरू कर देना। हालेलुया। हालेलुया। सो देख लो, ध्यान कर लो। मान लो ये वैसे किन्नू आ उदा ये संतरा समझ लो, इहदे विच पीस उदा नहीं हुंदे। हालेलुया। की है ये मान लो संतरा है, ये है प्रेम। पवित्र आत्मा द्वारा साडे अंदर की किया गया? उहदा फल साडे विच रखिया गया, प्रेम। हालेलुया। ते हुण शैतान की करदा इहनूं? क्योंकि असीं प्रेम पवित्र आत्मा की अगवाई विच चलदे ने। जदों अगवाई च नहीं चलदे ते फिर उहदे वाला प्रेम भी साडे विच रहिंदा नहीं। शैतान किदां कर दिंदा? इदां कर दिंदा। फिर आपां की करदे आ दिसदा इहदे च फिर आपां इदां इदां करके वो सॉरी इहदे च निकलना करी वो इदा करके फिर अखा च पाने ने। आ देखो दिसया। हालेलुया। सो एक प्रेम है दूजे नूं दुखी कर दिंदा है, एक प्रेम है दूजे नूं बना दिंदा। हालेलुया। की करदा भी? हाँ। साडे च प्रेम किहड़ा है? आप कहने प्रेम करदी हैं, फिर मेरा करदा प्रेम तो भुलदा ही नहीं, फूं करदा ही नहीं। सो मेरा प्रेम अंदर खाते ही अगले दी आत्मा नूं की करना? उन्हें टच करना। मेरे अंदरले प्रेम ने अगले दी आत्मा नूं की करना है? छूना है। अगले दी आत्मा नूं छूना कि उहदे विच भी इदां दी जिग्यासा आ जावे कि मैं भी इस प्रेम नूं की करना है? पाउणा है। हालेलुया। हालेलुया। हालेलुया।
अपने सारे गैर जबाना बोल बोल के कहते रहने प्रेम है प्रेम है प्रेम है। गैर जबाना बोलते बाद ਜਿਹੜੀਆਂ जबाना बोलते हो पर पता ही सारे है ना ਘਰਾਂ 'ਚ ਬਾਹਰ 'ਚ ਸਾਰੇ ਜਿੱਥੇ ਵੀ ਸਾਡਾ ਕੋਈ ਮਸਲਾ ਉੱਠਦਾ ਉੱਥੇ ਜਦੋਂ ਜਬਾਨਾ ਬੋਲਦੇ ਆ ਉਹ ਸਾਰਾ ਕੀ ਲੱਗ ਜਾਂਦਾ ਫਿਰ ਉਹ ਜਗ੍ਹਾ ਤੇ ਪਤਾ ਲੱਗ ਜਾਂਦਾ। ਅਜੇ ਨਿਗਾਹ ਅਜੇ ਤਾਂ ਇਹਦੇ ਕੋਲ ਨਾ ਸਮਝ ਲਓ ਉਹਦੀ ਕਾਪੀ ਜਿਹੀ ਆ ओरिजिनल है नहीं। आ संतरियां वाली दुकानां ते ना जिथे वो कढ़दे जूस उन्होंने ना डुप्लीकेट भी टंगे होंगे केले संतरे सेब वो पेंट पूरा किता होंदा दूरों देखण नूं इदां लगदा जिद्दां सच्ची मुच्ची दी लोकी ते इदां देख के आंदे आ साडी रेहड़ी ते असली हैगी जूस जूस कित्थों मिलू बई। हालेलुया हालेलुया ਅਸੀਂ ਦਿਖਾ ਦਿੰਦੇ ਪੂਰਾ ਪੇਂਟ ਪੂੰਟ ਕਰਕੇ ਭਾਈ ਦੇਖ ਲਓ ਆਪਾਂ ਤਾਂ ਪ੍ਰਭੂ ਦੇ ਤੇ ਜਦੋਂ ਕਿ ਸਾਨੂੰ ਲੁੱਟਦਾ ਉਦੋਂ ਮੂੰਹ ਤੋਂ ਪਤਾ ਲੱਗ ਜਾਂਦਾ ਜਦੋਂ ਮੂੰਹ ਵਿੰਗਾ ਚਿੱਬਾ ਬਣਦਾ ਨਹੀਂ ਵੀ ਇਹ ਖੋਖਲਾ ਹੀ। ਹਾਲੇਲੂਇਆ ਜਦੋਂ ਕੋਈ ਸਾਨੂੰ ਠੱਗੀ ਮਾਰਦਾ ਜਦੋਂ ਕਿ ਸਾਡੇ ਤੇ ਜ਼ਿਆਦਤੀ ਕਰਦਾ ਉਸ ਟਾਈਮ ਕੀ ਹੁੰਦਾ ਫਿਰ ਪਤਾ ਲੱਗ ਜਾਂਦਾ ਆ ਕਿ ਇਹ ਅਸਲ ਦੇ ਵਿੱਚ ਉਹ ਚੀਜ਼ ਉਹ ਨਹੀਂ। ਹਾਲੇਲੂਇਆ। ਸੋ ਪ੍ਰਭੂ ਦੇ ਵਿੱਚ ਇਹ ਜਿਹੜਾ ਮਟੀਰੀਅਲ ਆ ਜਿਹੜਾ ਤੰਬੂ ਦੇ ਵਿੱਚ ਮਟੀਰੀਅਲ ਆ ਤੰਬੂ ਨੂੰ ਬਣਾਉਣ ਵਾਲਾ ਮਟੀਰੀਅਲ ਜਿਹਦੇ ਨਾਲ ਤੰਬੂ ਬਣਿਆ। ਹੁਣ ਅਸੀਂ ਤੰਬੂ ਨੂੰ ਯਿਸੂ ਦੀ ਤਸਵੀਰ ਦੇਖ ਕੇ ਯਿਸੂ ਬਣਿਆ ਜਦੋਂ ਤੰਬੂ ਵਾਂਗੂ। ਹਾਲੇਲੂਇਆ ਹਾਲੇਲੂਇਆ। ਜੋ ਸਮਾਨ ਤੰਬੂ ਵਿੱਚ ਪਾਇਆ ਗਿਆ ਉਹ ਹੀ ਸਮਾਨ ਯਿਸੂ ਵਿੱਚ ਪਾਇਆ ਗਿਆ। ਉਹ ਸਮਾਨ ਸਰੀਰਕ ਸੀ ਇਹ ਸਮਾਨ ਆਤਮਿਕ। ਹਾਲੇਲੂਇਆ ਹਾਲੇਲੂਇਆ ਹੈ ਨਾ। ਸੋ ਆਤਮਿਕ ਜਿਹੜਾ ਸਮਾਨ ਆ ਉਹ ਕਿੱਦਾਂ ਪਾਇਆ ਗਿਆ ਕਿਰਪਾ ਵੀ ਪਾਈ ਗਈ ਹੈ ਤੇ ਸੱਚਾਈ ਵੀ ਪਾਈ ਗਈ ਹੈ। ਹਾਲੇਲੂਇਆ। ਸੱਚਾਈ ਮਰਦੀ ਨਹੀਂ ਨਹੀਂ। ਹਾਲੇਲੂਇਆ ਹਾਲੇਲੂਇਆ। ਸੋ ਸੱਚਾਈ ਨੂੰ ਜਾਣੋਗੇ ਤਾਂ ਸੱਚਾਈ ਤੁਹਾਨੂੰ ਕੀ ਕਰ ਦੂਗੀ ਆਜ਼ਾਦ ਕਰ ਦੂਗੀ। ਜੇ ਤੁਸੀਂ ਸੱਚਾਈ ਨੂੰ ਜਾਣ ਕੇ ਆਜ਼ਾਦ ਹੋ ਰਹੇ ਆ ਤੇ ਜ਼ਰੂਰ ਸਾਡਾ ਸਿਸਟਮ ਕਿਰਪਾ ਵਾਲਾ ਵੀ ਹੋਊਗਾ। ਕਿਉਂਕਿ ਜਿਹੜਾ ਸੱਚਾਈ ਦੇ ਨਾਲ ਆਜ਼ਾਦ ਕੀਤਾ ਗਿਆ ਆ ਉਹਦੇ ਵਿੱਚ ਕੀ ਪਾਈ ਜਾਊਗੀ ਕਿਰਪਾ। ਕਿਰਪਾ ਦਾ ਆਪਾਂ ਨਿਚੋੜ ਕੱਢਿਆ ਹੋਇਆ ਹੈ ਕਿ ਕਿਰਪਾ ਆ ਜਿਹੜਾ ਸਾਡਾ ਬਣਦਾ ਨਹੀਂ ਸੀ ਨਾ ਜਿਹੜਾ ਸਥਾਨ ਜਿਹਦੇ ਅਸੀਂ ਲਾਇਕ ਨਹੀਂ ਸੀ ਉਹ ਥਾਂ ਸਾਨੂੰ ਦਿੱਤੀ ਗਈ ਆ। ਆਪਾਂ ਵੀ ਦੇਖ ਕੇ ਦੇਖੀਏ ਨਾ ਜਿਹੜਾ ਮੈਨੂੰ ਘਰ ਵਾਲਾ ਟੱਕਰਿਆ ਨਾ ਹਾਲੇਲੂਇਆ ਇਹ ਤਾਂ ਮੇਰੇ ਲਾਇਕ ਹੀ ਨਹੀਂ। ਹਾਲੇਲੂਇਆ। ਇਹ ਜਿਹੜੀ ਮੈਨੂੰ ਟੱਕਰੀ ਆ ਨਾ ਇਹ ਮੇਰੇ ਲਾਇਕ ਹੀ ਨਹੀਂ। ਉਹਨੂੰ ਜਦੋਂ ਆਪਾਂ ਦਿਨੇ ਨਾ ਸਥਾਨ ਲਾਇਕ ਨਾ ਹੋਣ ਦੇ ਬਾਵਜੂਦ ਵੀ ਇਹ ਹੈਗੀ ਆ ਕਿਰਪਾ। ਹਾਲੇਲੂਇਆ ਹਾਲੇਲੂਇਆ। ਲਾਇਕ ਨਾ ਹੋਣ ਦੇ ਬਾਵਜੂਦ ਵੀ ਜਦੋਂ ਅਸੀਂ ਉਹਨੂੰ ਉਹ ਥਾਂ ਉਹ ਰਤਬਾ ਉਹ ਆਦਰ ਉਹ ਰਿਸਪੈਕਟ ਉਹ ਪਿਆਰ ਦੇ ਦਿੰਦੇ ਆ। ਹਾਲੇਲੂਇਆ। ਉਹ ਮੁਹੱਬਤ ਦੇ ਦਿੰਦੇ ਆ ਤੇ ਉਹ ਕੀ ਹੈਗੀ ਆ ਕਿਰਪਾ ਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਆਪਾਂ ਸੋਚਦੇ ਲਾਇਕ ਹੋਵੇ ਤੇ ਫਿਰ ਅਸੀਂ ਕੋਈ ਗੱਲ ਕਰਾਂਗੇ। ਯਿਸੂ ਕਹਿੰਦਾ ਆ ਨਲਾਇਕ ਨੂੰ ਹੀ ਕੀ ਕਰਨਾ ਆ ਉਹ ਜਗ੍ਹਾ ਦੇਣੀ ਆ ਕਿਉਂਕਿ ਨਵੀਂ ਕਿਹਨਾਂ ਨੂੰ ਦਿੱਤੀ ਆ ਨਲਾਇਕਾਂ ਨੂੰ। ਹਾਲੇਲੂਇਆ ਹਾਲੇਲੂਇਆ। ਮੈਂ ਵੀ ਕਿਹਨਾਂ ਨੂੰ ਜਗ੍ਹਾ ਦਿੱਤੀ ਬਈ ਨਲਾਇਕਾਂ ਨੂੰ ਜਗ੍ਹਾ ਦਿੱਤੀ ਆ ਤੇ ਨਲਾਇਕ ਨੂੰ ਹੀ ਕਬੂਲ ਕਰਕੇ ਉਹ ਜਗ੍ਹਾ ਤੇ ਲਿਆਉਣਾ ਜਿਹਦੇ ਉਹ ਲਾਇਕ ਆਪਣੇ ਜੀਵਨਾਂ 'ਚ ਆਪਣੇ ਦੋਸਤ ਨੂੰ ਭਰਾ ਨੂੰ ਭੈਣ ਨੂੰ ਕਲੀਸਿਆ ਮੈਂਬਰ ਨੂੰ ਹੈ ਨਾ ਇੱਥੋਂ ਤੱਕ ਕਿ ਦਾਸ ਨੂੰ ਦਾਸ ਵੀ ਜੇ ਨਲਾਇਕ ਲੱਗਦਾ ਤੇ ਉਹਨੂੰ ਵੀ ਕਿਹੜੀ ਥਾਂ ਦੇ ਦਿਓ ਲਾਇਕ ਵਾਲੀ। ਹਾਲੇਲੂਇਆ ਹਾਲੇਲੂਇਆ। ਕੀ ਖਿਆਲ ਹੈ ਤੁਹਾਡਾ? ਪਰ ਇਹ ਕਿਹਦੇ ਚ ਆਊਗਾ ਜਿਹਦੇ ਚ ਪਵਿੱਤਰ ਆਤਮਾ ਦਾ ਵੱਲੋਂ ਪਰਮੇਸ਼ਰ ਦਾ ਪਿਆਰ ਡੋਲਿਆ ਹੋਊਗਾ ਤੇ ਜਿਹੜਾ ਸੱਚਾਈ ਦੇ ਨਾਲ ਭਰਿਆ ਹੋਗਾ ਸੱਚਾਈ ਨਾਲ ਭਰ ਕੇ ਯਿਸੂ ਨੂੰ ਜਾਣ ਰਿਹਾ ਹੋਗਾ ਉਹਦੇ ਚੋਂ ਇਹ ਕਿਰਪਾ ਦਾ ਬਹਾਵ ਹੋਣਾ ਆ। ਹਾਲੇਲੂਇਆ। ਇਹ ਕਿਰਪਾ ਉਹਦੇ ਵਿੱਚੋਂ ਵਹਿਣੀ ਆ। ਹਾਲੇਲੂਇਆ ਹਾਲੇਲੂਇਆ। ਇਸ ਲਈ ਇਸ ਕਿਰਪਾ ਨੂੰ ਸਮਝ ਆ ਰਹੀ ਹੈਪੀ ਸਮਝ ਆ ਰਹੀ ਗੱਲ ਹੈ ਨਾ। ਹਾਲੇਲੂਇਆ। ਸੋ ਅਸੀਂ ਹਰ ਇੱਕ ਥਾਂ ਤੇ ਦੂਸਰੇ ਨੂੰ ਰੱਦ ਦੇ ਕਿਉਂ ਰਹਿੰਦੇ ਆ ਕਿਉਂਕਿ ਜੇ ਯਿਸੂ ਮਸੀਹ ਕਹਿੰਦਾ ਮੈਂ ਰੱਦਣ ਆਇਆ ਨਹੀਂ ਮੈਂ ਕੀ ਕਰਨਾ ਆਇਆ ਪੂਰਾ ਕਰਨਾ ਹੈ। ਆਪਾਂ ਰੱਦੀ ਜਾ ਰਹੇ ਹਾਂ। ਰੱਦਣਾ ਨਹੀਂ ਨਾ ਦਾਸ ਨੂੰ ਰੱਦਣਾ ਨਾ ਵਿਸ਼ਵਾਸੀ ਨੂੰ ਰੱਦਣਾ ਨਾ ਮਾਂ ਨੂੰ ਨਾ ਪਿਓ ਨੂੰ ਨਾ ਭੈਣ ਨੂੰ। ਉਹਦੇ ਲਈ ਕੀ ਕਰਨਾ ਆਪਣੇ ਆਪ ਨੂੰ ਦੇ ਦੇਣਾ। ਯਿਸੂ ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੀ ਕਰਤਾ ਭਲਾ ਦੇ ਦਿੱਤਾ। ਹਾਲੇਲੂਇਆ ਹਾਲੇਲੂਇਆ। ਪਰ ਇਹ ਚੀਜ਼ ਜੇ ਆਉਣੀ ਆ ਤੇ ਉਹਦੇ ਲਈ ਸਾਡਾ ਜੀਵਨ ਆਤਮਿਕ ਬਣਾਉਣ ਦਾ ਮਨ ਹੋਣਾ। ਪ੍ਰਭੂ ਮੈਂ ਆਤਮਿਕ ਹੋਣਾ ਚਾਹੁੰਦਾ। ਆਤਮਿਕ ਹੋਣ ਦਾ ਮਨ ਆਊਗਾ ਤੇ ਪਵਿੱਤਰ ਆਤਮਾ ਉਦਾਂ ਹੀ ਸਾਨੂੰ ਬਣਾਊਗਾ। ਹਾਲੇਲੂਇਆ।
नहीं तो पवित्र आत्मा आ जाऊगा तो वह बह जाऊगा, पर आत्मा का मस्सा साडे विच आऊगा नहीं। आत्मा का मस्सा जो आना है तो उदों पवित्र आत्मा ने अपना काम करना है। ते आत्मा का मस्सा आ गया ते वचन च लिखिया जिहड़ा मस्सा आ वो हर जोड़े नूं की कर दिंदा है, तोड़ दिंदा। हालेलुया। वो मस्सा की कर दिंदा बई, हर जोड़े नूं तोड़ दिंदा है। इसलिए वो मस्सा आना है ते मेरे विच एक मन होना है, मैं आत्मिक होना चाहना। मैं शरीरक तौर पर जी के बहुत देख लिया, शरीरक तौर पर दूसरों की निंदा करके बहुत देख लिया, दूसरों का विरोध करके बहुत देख लिया, दूसरे नूं नीवा करके बहुत देख लिया। हालेलुया। हुण तां मैं अपने आप नूं नीवा करूंगा जिद्दां यीशु मसीह ने कीता। हालेलुया। और इन्ना नीवा कीता कि उन्हें अपने आप नूं जीरो करके रख दिता। हालेलुया। किदां किदां कीता? जीरो करके रख दिता ना, पूरा जीरो कीता यीशु मसीह ने। यीशु मसीह कौन है? खुदा दा वचन है। हालेलुया। यही वचन जो मन्ने के तौर पर असीं सुन रहे सी, खुदा दे दास नूं वो दस रहे सी, यही वचन जिहड़ा मसीह आ जो मन्ने के तौर पर उत्थे डिगदा सीगा, निक्के निक्के धनिए वर्गा सीगा, पर ओदा रूप जिहड़ा सी वाइट सीगा, मोती वर्गा। साइज कितना सीगा? धनिए वर्गा। हालेलुया। सो साडे लिए भी वो किदां दा हो गया? निक्का हो के साडी खुराक बन गया। हालेलुया। हालेलुया। और साडी खुराक बन के ही साडे विच अपना रूप बनाउंदा बई, जिहड़ा उहनूं खांदा आ उहदे विच उहदा की बनदा आ? रूप बनदा आ। हालेलुया। 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 इसलिए इन्हां चीज़ां नूं आपां अगां जाके इस विषय नूं आपां देखांगे जिहड़ा वचन है, क्योंकि वचन अगे गां जाके संदूक दे विच है ना, संदूक ते आपां हजे नहीं पहुंचे। सो कहण दा भाव है मेरा, असीं जिहड़ी गल ते आ विचार कर रहे हैं वो ये हैगी आ भी यीशु मसीह किदां बनिया। साडा विषय की है? यीशु मसीह किदां बनिया। हालेलुया। यीशु मसीह किदां बनिया या पर्दा किदां बनिया, है ना। ते फिर बाद च ओदा रूप की है? यीशु। यीशु किदां बनिया? एक तो पर्दा बनिया शरीरक तौर पर, यीशु मसीह जिद्दां हुण देह तौर पर किदां बन के आया साडे लई, वो स्वर्ग चों आ सारा कुछ, धरती तो ओदा कुछ भी नहीं। जे मरियम दी कुख दे विच भी आ ते ओदे च मर्द दा कोई भी प्रोग्राम हैगा? दुनियावी मर्द दा कोई प्रोग्राम नहीं। शब्द ही आया, पवित्र आत्मा आया बीज लेके और ओदे ते ठहर गया और ओने की कीता? वो गर्भवती हो गई, मरियम गर्भवती हो गई। हालेलुया। कोई मनुख दा ओदे च कोई वास्ता है नहींगा, इसलिए स्वर्ग दे वलों हैगा है। सो ओदे विच की आ गई? किरपा आ गई है ते सच्चाई आ गई। जिद्दां तंबू दे विच आपां देखदे हां सारे माहौल नूं ओहो चीज़ां ਜਿਹੜੀਆਂ शरीरक तौर पर दिखाई ਦਿੰਦੀਆਂ, ਇਹ आत्मिक तौर पर यीशु मसीह ਦੇ ਵਿੱਚ ਇਹ ਗੁਣ ਸੀਗੇ, ਕਿਰਪਾ ਸੀਗੀ ਔਰ ਸੱਚਾਈ ਸੀ। ਉਸੇ ਸੱਚਾਈ ਨੂੰ ਹੁਣ ਕਿਹਨੇ ਲੈਣਾ ਆ? ਆਪਾਂ ਵੀ ਲੈਣਾ ਨਾ। ਉਹੋ ਹੀ ਕਿਰਪਾ ਕਿਹਨਾਂ ਵਿੱਚੋਂ ਦੀ ਗਾਂ ਪਹੁੰਚਣੀ ਆ? ਸਾਡੇ ਵਿੱਚੋਂ ਦੀ। ਹਾਲੇਲੂਇਆ। 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 ਸਾਡੇ ਵਿੱਚੋਂ ਇਹ ਕਿਰਪਾ ਪਹੁੰਚਣੀ ਹੈ ਤੇ ਫਿਰ ਇਹ ਗੁਣ ਸਾਡੇ 'ਚ ਹੋਣੇ ਚਾਹੀਦੇ। ਫਿਰ ਸਾਡੇ ਵਿੱਚ ਜਿਹੜਾ ਪ੍ਰੇਮ ਹੈ ਡੋਲ ਦਿੱਤਾ ਗਿਆ, ਜਿਹਦਾ ਪਵਿੱਤਰ ਆਤਮਾ ਯਿਸੂ ਮਸੀਹ ਦੇ ਵਿੱਚ ਸੀ, ਯਿਸੂ ਮਸੀਹ ਦੇ ਵਿਚਲਾ ਹੀ ਆਤਮਾ ਸਾਡੇ ਵਿੱਚ। ਹਾਲੇਲੂਇਆ। ਸੋ ਉਹ ਆਤਮਾ ਦੇ ਜਿਹੜੇ ਗੁਣ ਆ ਉਹ ਪ੍ਰੇਮ ਆ, ਤੇ ਉਹ ਗੁਣਾਂ ਨੂੰ ਗੁਣ ਜਿਹੜਾ ਪ੍ਰੇਮ ਆ ਫਲ, ਉਹਨੂੰ ਪ੍ਰਮਾਣਿਤ ਕਰਨ ਲਈ 8 ਅਗਲੀਆਂ ਚੀਜ਼ਾਂ ਆ। ਔਰ ਅਸੀਂ ਵੀ ਉਹ 8 ਚੀਜ਼ਾਂ ਨੂੰ ਨੋਟ ਕਰ ਲਈ ਆਪਣੇ ਘਰ ਤੇ, ਤਾਂ ਲਿਸਟ ਬਣਾ ਕੇ ਲਾ ਲਈਏ। ਆਤਮਾ ਦਾ ਫਲ ਪ੍ਰੇਮ ਤੋਂ ਲੈ ਕੇ 8ਵੀਆਂ ਗੱਲਾਂ ਜਿਹੜੀਆਂ ਆ ਉਹਨਾਂ ਵਿੱਚ ਰੋਜ਼ ਆਪਣੇ ਪਰਸੈਂਟੇਜ ਦੇ ਰਹੀਏ ਕਿ ਇਹਦੇ ਵਿੱਚ ਮੈਂ ਇਸ ਗੱਲ ਵਿੱਚ ਕਿੰਨੇ ਪ੍ਰਤੀਸ਼ਤ ਆ। ਕਿਉਂਕਿ ਜਿੰਨੇ ਪਰਸੈਂਟ ਹੁਣ ਜਿਹੜਾ ਮੰਨ ਲਓ ਇੱਕ ਸੰਤਰਾ ਹੈ ਨਾ, ਉਹਦੇ ਵਿੱਚ ਮੰਨ ਲਓ 9 ਫਾੜੀਆਂ ਹੈ ਨਾ, ਮੰਨ ਲਓ 9 ਫਾੜੀਆਂ ਟੋਟਲ, ਠੀਕ ਹੈ। ਸੋ ਉਹਦੇ ਜਿਹੜੀਆਂ ਇਹ 9 ਫਾੜੀਆਂ ਆ, ਸੌਰੀ 8 ਫਾੜੀਆਂ ਆ, ਔਰ ਇਹਦੇ ਵਿੱਚ ਇੱਕ ਜਿਹੜੀ ਫਾੜੀ ਹੈ ਨਾ ਉਹਦੇ ਵਿੱਚ ਵੀ ਕੁਝ ਹੈਗਾ ਕਿ ਨਹੀਂ? ਫਾੜੀਆਂ ਦੀ ਸ਼ਕਲ ਦੀਆਂ ਨਿੱਕ ਨਿੱਕੀਆਂ ਕੀ ਹੈ ਭਲਾ? ਨਿੱਕ ਨਿੱਕੀ ਜਿਹਦੇ ਚ ਰਸ ਹੈ। ਇਹਦੇ ਨਾ ਜਦੋਂ ਖੋਲੋ, ਕਈ ਵਾਰ ਅਸੀਂ ਤਾਂ ਨਾ ਸੰਤਰੇ ਨੂੰ ਵੀ ਖੋਲ ਲਈਦਾ ਤੇ ਬਾਅਦ ਚ ਫਾੜੀ ਦੀ ਵੀ ਉਹ ਪਤਲੀ ਜਿਹੜੀ ਪਰਤ ਹੁੰਦੀ ਨਾ ਉਹ ਵੀ ਲਾ ਦੇ ਤੇ ਵਿੱਚੋਂ ਦੇਖ ਲਓ ਕਿਦਾਂ ਆਉਂਦਾ। ਹਾਲੇਲੂਇਆ।
ਸੋ ਉਹਦਾ ਡਿਜ਼ਾਈਨ ਹਰੇਕ ਕਲੀ ਦਾ ਜਿਹੜੇ ਵਿੱਚੋਂ ਨਿਕਲਦੀ ਆ, ਜਿਹਦੇ ਵਿੱਚ ਰਾਸੀ ਭਰਿਆ ਹੁੰਦਾ, ਉਹਦਾ ਵੀ ਕਿਹਦੇ ਵਰਗਾ ਹੁੰਦਾ ਹੈ? ਪੂਰਾ ਫਾੜੀ ਵਰਗਾ ਹੁੰਦਾ। ਹਾਲੇਲੂਇਆ। ਸੋ ਜਿੰਨੀਆਂ ਉਹਦੇ ਚ ਫਾੜੀਆਂ ਆ ਓਨਾ ਹੀ ਉਹਦੇ ਚ ਰਸ ਹੈ। ਹਾਲੇਲੂਇਆ। ਹੁਣ ਆਪਣੀ ਆਪਣੀ ਫਾੜੀ, ਇੱਕ ਇੱਕ ਫਾੜੀ ਨੂੰ ਚੈੱਕ ਕਰਦੇ ਜਾਓ। ਇਹਦੇ ਵਿੱਚ ਮੇਰੇ ਵਾਲੀ ਫਾੜੀ ਜਿਹੜੀ ਫਲਾਨੀ ਹੈ ਨਾ, ਧੀਰਜ ਦੀ ਜਾਂ ਭਲਾਈ ਦੀ ਜਾਂ ਵਫਾਦਾਰੀ ਦੀ ਜਾਂ ਨਰਮਾਈ ਦੀ ਜਾਂ ਸੰਯਮ ਦੀ ਜਾਂ ਆਨੰਦ ਦੀ ਜਾਂ ਸ਼ਾਂਤੀ ਦੀ, ਇਹ ਫਾੜੀਆਂ ਸਾਰੀਆਂ ਚੈੱਕ ਕਰੋ। ਮੇਰਾ ਖਿਆਲ ਇਹ ਤਾਂ ਫਾੜੀਆਂ ਜੇ ਬਣੀਆਂ ਨਹੀਂ ਹੋਣੀਆਂ। ਸੰਤਰੇ ਦਾ ਬਹੁਤ ਰੌਲਾ ਪਿਆ ਹੋਇਆ, ਫਾੜੀ ਕੋਈ ਅੰਦਰ ਬਣੀ ਨਹੀਂ। ਤੇ ਜੇ ਬਣੀ ਆ ਤੇ ਉਹ ਕਿੰਨੇ ਪ੍ਰਤੀਸ਼ਤ ਬਣੀ? ਹਾਲੇਲੂਇਆ। ਔਰ ਉਹਨੂੰ ਬਣਾਉਣ ਦੇ ਲਈ ਲਗਾਤਾਰ ਲੱਗ ਜਾਈਏ ਅਸੀਂ ਸਾਰੇ ਜਣੇ। ਰੋਜ਼ ਖਿਲਾਫ ਆਉਣ ਵਾਲੇ ਮਾਹੌਲ ਤੋਂ ਖੁਸ਼ ਹੋਈਏ, ਨਰਵਸ ਨਾ ਹੋਈਏ, ਉਦਾਸ ਨਾ ਹੋਈਏ, ਕਿਉਂਕਿ ਇਹਦੇ ਦਰਮਿਆਨ ਹੀ ਇਹ ਖੁਰਾਕ ਆ, ਇਹ ਖਾਦ ਆ ਇਸ ਫਲ ਨੂੰ ਰਸਦਾਰ ਬਣਾਉਣ ਦੇ ਲਈ। ਹਾਲੇਲੂਇਆ। ਸੋ ਦੇਖਣਾ ਆ ਉਹ ਜਿੰਨੀਆਂ ਵਿੱਚੋਂ ਨਿੱਕੀਆਂ ਜਿਹੜੀਆਂ ਬੂੰਦਾਂ ਜਿਹੜੀਆਂ ਨਾ ਟਾਈਪ ਆ, ਉਹ ਜਿੰਨੀਆਂ ਹੋਣਗੇ, ਜਿੰਨੇ ਪ੍ਰਤੀਸ਼ਤ ਹੋਣਗੇ, ਉਹਨੇ ਪ੍ਰਤੀਸ਼ਤ ਅਸੀਂ ਬਣੇ। ਹਾਲੇਲੂਇਆ। ਇਸ ਗੱਲ ਨੂੰ ਬਰੀਕੀ ਨਾਲ ਦੇਖੋਗੇ, ਆਪਣੇ ਘਰ ਦੇ ਵਿੱਚ ਇੱਕ ਇਦਾਂ ਦਾ ਨਕਸ਼ਾ ਜਿਹਾ ਬਣਾ ਲਓਗੇ, ਹਨਾ। ਇੱਕ ਚਾਰਟ ਬਣਾਓ, ਆਤਮਾ ਦਾ ਫਲ ਲਿਖੋ, ਪ੍ਰੇਮ, ਫਿਰ ਆਨੰਦ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਯਮ, ਸ਼ਾਂਤੀ, ਹਨਾ। ਸੋ ਉਹ ਸਾਰੇ ਦੇਖੋ ਤੇ ਰੋਜ਼ ਦੇਖਿਆ ਕਰੋ। ਜਦੋਂ ਵੀ ਅਸ਼ਾਂਤੀ ਆਉਣ ਲੱਗਦੀ ਨਾ, ਉਹਦੇ ਚੈੱਕ ਕਰ ਲਓ, ਨਾ ਇਹਨੂੰ ਨਹੀਂ ਆਉਣ ਦੇਣਾ। ਸ਼ਾਂਤੀ ਨੂੰ ਮੈਂ ਕੀ ਕਰਨਾ ਆ? ਬਣਾ ਕੇ ਰੱਖਣਾ। ਮੈਂ ਆਪਣਾ ਰਸ ਹੁਣ ਉਹ ਸ਼ੈਤਾਨ ਨੂੰ ਚਰਾਉਣ ਦੇਣਾ ਨਹੀਂ। ਹਾਲੇਲੂਇਆ। ਕਿਉਂਕਿ ਸ਼ੈਤਾਨ ਕੋਲ ਐਸਾ ਇੰਜੈਕਸ਼ਨ ਆ, ਉਹ ਇੰਜੈਕਸ਼ਨ ਹੁੰਦਾ ਕੀ ਆ? ਇੰਜੈਕਸ਼ਨ ਉਸੇ ਸਿਰ ਕਹਿੰਦੇ ਸੂਈ ਨੂੰ ਜਿਹੜਾ ਪਿਛਲਾ ਹੁੰਦਾ, ਜਿਹ ਚ ਭਰਿਆ ਹੁੰਦਾ ਪਿਸਟਲ ਸਿਰਿੰਜ। ਹਾਲੇਲੂਇਆ। ਉਹ ਸਿਰਿੰਜ ਆ ਤੇ ਉਹ ਸੂਈ ਆ, ਉਹ ਖੋਬ ਲੈਂਦਾ ਹਰੇਕ ਫਾੜੀ ਚ ਤੇ ਕੀ ਕਰ ਲੈਂਦਾ? ਚੱਲ ਘਰ ਵਾਲੇ ਨੂੰ ਲਿਆਂਦਾ, ਤੈਨੂੰ ਰੋਟੀ ਨਹੀਂ ਬਣਾਉਣੀ, ਤੇਰੇ ਘਰ ਦੇ ਵੀ ਇਦਾਂ ਦੇ, ਤੂੰ ਵੀ ਇਦਾਂ ਦੀ। ਉਧਰੋਂ ਜਦੋਂ ਉਹਨੇ ਮਨ ਤੇ ਲਾ ਲਿਆ ਤੇ ਸ਼ੈਤਾਨ ਨੇ ਖਿੱਚਣਾ ਸ਼ੁਰੂ ਕਰਤਾ ਰਸ। ਹਾਲੇਲੂਇਆ। ਬਾਅਦ ਚ ਠੁੱਸ ਕਰਕੇ ਉਹਨੇ ਵੀ ਕਹਿਣਾ ਤੇਰਾ ਪਿਓ ਇਦਾਂ, ਤੇਰੀ ਮਾਂ ਇਦਾਂ, ਤੇਰਾ ਇਦਾਂ, ਤੁਹਾਡਾ ਖਵਾਉਂਦਾ ਇਦਾਂ। ਹਾਲੇਲੂਇਆ। ਇੱਥੇ ਹੁਣ ਜਿਹੜਾ ਪਹਿਲਾਂ ਆਇਆ ਨਾ, ਜਿਹਨੂੰ ਫੜਿਆ ਗਿਆ, ਉਹਦਾ ਕੋਈ ਕਸੂਰ ਨਹੀਂ। ਹਾਲੇਲੂਇਆ। ਇੱਥੇ ਜਿਹੜਾ ਹੁਣ ਚੈੱਕ ਹੋ ਰਿਹਾ ਆ, ਉਹਦਾ ਕਸੂਰ ਆ। ਉਹ ਕਹਿੰਦੇ ਠੀਕ ਹੈ ਜੀ, ਸਾਡਾ ਰੱਬ ਨੇ ਦਿਨ ਕਰਾਉਣਾ, ਜਿੱਦਾਂ ਤੁਸੀਂ ਸੱਚ ਹੀ ਕਹਿੰਦੇ, ਮੰਮੀ ਅਜੇ ਨਕੰਮੀ ਜਿਹੀ ਆ, ਮੈਨੂੰ ਇੱਕ ਮੌਕਾ ਹੋਰ ਦੇ ਦਿਓ। ਏਦਾਂ ਕਿਤੇ ਕਹਿਣ ਦੀ ਹਿੰਮਤ ਪੈ ਜਾਊ? ਭੈਣ ਮੈਂ ਤੈਨੂੰ ਤੇਰੇ ਹੈਨਾ, ਕੋਈ ਗੱਲ ਨਹੀਂ, ਠੀਕ ਹੈ ਜੀ, ਮੇਰੇ ਸਵਾਮੀ ਨਾ ਕਹਿ ਕੇ, ਕਿਉਂਕਿ ਉਹ ਸਾਰਾ ਕੀ ਕਹਿੰਦੀ ਸੀ ਆਪਣੇ ਪਤੀ ਨੂੰ? ਸਵਾਮੀ। ਏਦਾਂ ਕਹਿ ਕੇ ਸਮਝਾਇਆ ਨਵੇਂ ਨੇ, ਸਵਾਮੀ ਕਹਿੰਦੇ, ਹਾਂ ਸਵਾਮੀ ਜੀ, ਠੀਕ ਹੈ ਜੀ, ਮੇਰੀ ਮਾਂ ਵੀ ਇਦਾਂ ਦੀ, ਮੇਰਾ ਪਿਓ ਵੀ ਇਦਾਂ, ਤੁਹਾਡਾ ਸਾਰੇ ਇਦਾਂ ਦੇ ਆ, ਮੈਂ ਵੀ ਇਦਾਂ ਦੀਆਂ, ਤੇ ਇੱਕ ਮੌਕਾ ਹੋਰ ਦੇ ਦਿਓ। ਜੇ ਇਹਦਾ ਕਹਿਤਾ ਤੇ ਜਿਹੜਾ ਪਹਿਲਾ ਰਸ ਸੀਗਾ ਉਹ ਹੋਰ ਵੱਧ ਜਾਣਾ, ਦੁੱਗਣਾ ਹੋ ਜਾਣਾ। ਹਾਲੇਲੂਇਆ। ਹੁਣ ਜਦੋਂ ਤੁਸੀਂ ਇਹਦਾ ਹਾਲਾਤ ਦੇਖੋ ਤੇ ਸਮਝ ਲਓ ਸ਼ੈਤਾਨ ਸਿਰਿੰਜ ਲੈ ਕੇ ਆਇਆ। ਆਹ ਜਿਹੜਾ ਭਾਈ ਬੋਲਦਾ, ਇਹ ਨਹੀਂ ਬੋਲਦਾ, ਇਹਦੇ ਵਿੱਚੋਂ ਕੌਣ ਬੋਲਦਾ? ਇਹਦਾ ਕੋਈ ਕਸੂਰ ਨਹੀਂ। ਮੇਰਾ ਇਦਾਂ ਹੱਥ ਜਾਂਦਾ ਤਾਂ ਲੱਗੇ ਨਾ, ਭਰਾ ਮੈਨੂੰ ਇਦਾਂ ਬਾਅਦ ਚ ਨਾ ਕਿਉਂ ਮੇਰੇ ਨਾਲ ਹੁੰਦਾ, ਮੈਂ ਉਦਾਂ ਕਰਦਾ, ਇਹਦਾ ਕੋਈ ਕਸੂਰ ਨਹੀਂ। ਸਾਂਝਾ ਸਮਝ ਲਓ। ਹਾਲੇਲੂਇਆ। ਇਹਦਾ ਕੋਈ ਕਸੂਰ ਨਹੀਂ। ਇਹਦੇ ਪਿੱਛੋਂ ਇੱਕ ਸਿਰਿੰਜ ਆ, ਮੈਨੂੰ ਤਾਂ ਉਹ ਨਜ਼ਰ ਆ ਰਹੀ ਆ, ਜਿਹਨੇ ਮੇਰਾ ਜੂਸ ਕੀ ਕਰਨਾ ਹੈ? ਜੂਸ ਲੈਣਾ ਹੈ, ਕੱਢ ਕੇ ਲੈ ਜਾਣਾ। ਹਾਲੇਲੂਇਆ। ਇੱਕ ਸ਼ੈਤਾਨ ਹੀ ਆ ਜਿਹਨੂੰ ਸਾਡੇ ਜੂਸ ਦੀ ਕੋਈ ਕਦਰ ਨਹੀਂ। ਉਹਨੇ ਫੜਨਾ, ਕੱਢਣਾ ਤੇ ਉਦਾਂ ਹੀ ਡੋਲ ਦੇਣਾ, ਵੇਸਟ। ਕਿਉਂਕਿ ਉਹ ਇਸ ਰਸ ਨੂੰ ਅਪਣਾ ਸਕਦਾ ਨਹੀਂ ਨਾ, ਜਿੱਦਾਂ ਡਾਲਡੇ ਤੇ ਲੱਗਾ ਹੋਇਆ ਦੇਸੀ ਘੀ ਪਹੁੰਚਾ ਨਹੀਂ ਸਕਦਾ ਨਾ, ਇਦਾਂ ਉਹ ਸ਼ੈਤਾਨ ਹੈ। ਉਹ ਇਸ ਅਸਲੀ ਰਸ ਨੂੰ ਆਪਣੇ ਲਈ ਤਾਂ ਇਸਤੇਮਾਲ ਨਹੀਂ ਕਰ ਸਕਦਾ, ਕੀ ਕਰਦਾ? ਵੇਸਟ ਕਰਦਾ। ਹਾਲੇਲੂਇਆ। ਸੋ ਮੈਂ ਤੁਹਾਨੂੰ ਪਿਛਲੇ ਵੀ ਸਮੇਂ 'ਚ ਸੁਣਾਇਆ ਸੀਗਾ ਕਿ ਜਿਹੜਾ ਸ਼ੈਤਾਨ ਖੁਦੀ ਰੂਪੀ ਜਿਹੜਾ ਸੱਪ ਆ ਨਾ, ਉਹ ਸਾਡੇ 'ਚ ਜਿਹੜਾ ਵਚਨ ਦਾ ਦੁੱਧ ਅਸੀਂ ਪੀਂਦੇ ਆ, ਉਹ ਸਾਰੇ ਨੂੰ ਕੀ ਕਰ ਰਹਿੰਦਾ ਹੈ? ਚੂਸਦਾ ਰਹਿੰਦਾ।
ਅਸੀਂ ਸੁਣ ਕੇ ਜਾਂਦੇ, ਖੁਸ਼ ਹੁੰਨੇ ਵਚਨ ਚ, ਉੱਥੇ ਇੱਥੇ ਬੈਠੇ ਬੈਠੇ ਸਾਡੇ ਆਂਸੂ ਵੀ ਆ ਜਾਂਦੇ ਆ, ਸਾਡੇ ਚ ਸਾਡੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੋ ਜਾਂਦਾ ਹੈ। ਪਰ ਜਦੋਂ ਅਸੀਂ ਘਰ ਵਿੱਚ ਜਾਂਦੇ, ਦੂਸਰੇ ਕੰਮਾਂ ਦੇ ਵਿੱਚ ਗੁਜ਼ਰਦੇ ਆ, ਤੇ ਉਦੋਂ ਜਦੋਂ ਅਸੀਂ ਉਸ ਵਚਨ ਨੂੰ ਸਾਂਭ ਕੇ ਨਹੀਂ ਰੱਖਦੇ, ਉਹਦੇ ਅਨੁਸਾਰ ਜੀਵਨ ਨਹੀਂ ਬਿਤਾਉਣਾ ਚਾਹੁੰਦੇ, ਤੇ ਉਹ ਖੁਦੀ ਵਾਲਾ ਸੱਪ ਕੀ ਕਰਦਾ ਰਹਿੰਦਾ, ਉਹ ਝੂਠ ਜਾਂਦਾ। ਪਾਲ ਕੌਣ ਜਾਂਦਾ? ਪਾਲ ਕੌਣ ਜਾਂਦਾ? ਪਾਲ ਤਕੜਾ ਕੌਣ ਹੋ ਜਾਂਦਾ? ਖੁਦੀ ਵਾਲਾ ਸੱਪ ਹੋ ਜਾਂਦਾ। ਸਰੀਰਕਤਾ ਤੇ ਅੰਦਰ ਜਿਹੜਾ ਆਇਆ ਸੀਗਾ, ਜਿਹਨੇ ਇਸ ਬੀਜ ਆਇਆ ਸੀ, ਜਿਹਨੇ ਇਹਦੇ ਨਾਲ ਬਲ ਪਾਉਣਾ ਸੀਗਾ, ਉਹਦੇ ਕੋਲ ਪਹੁੰਚਦਾ ਹੀ ਨਹੀਂ। ਆਤਮਿਕ ਸਥਿਤੀ ਕਮਜ਼ੋਰ ਰਹਿੰਦੀ ਆ, ਫਿਰ ਜਾਂ ਤਾਂ ਸਾਨੂੰ ਫੋਨ ਫੜ ਲੈਂਦਾ ਜਾਂ ਕੋਈ ਵੀ ਚੀਜ਼ ਫੜ ਲੈਂਦੀ। ਹਾਲੇਲੂਇਆ। ਫੋਨ ਨੂੰ ਮੈਂ ਇੰਨਾ ਸ਼ਰਮਿੰਦਾ ਇਹਨਾਂ ਦਿਨਾਂ ਵਿੱਚ ਕਰ ਰਿਹਾ, ਮੈਂ ਕਿਹਾ ਤੇਰੇ ਚੋਂ ਨਾ ਮੈਂ ਆਪਣੇ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣਨਾ ਹੀ। ਹਾਲੇਲੂਇਆ। ਤੇ ਪਰਮੇਸ਼ਰ ਦੀਆਂ ਗੱਲਾਂ ਨੂੰ ਸਿੱਖਣਾ ਹੀ, ਹੋਰ ਇੱਥੇ ਕੋਈ ਪ੍ਰੋਗਰਾਮ ਹੋਣਾ ਨਹੀਂ। ਹਾਲੇਲੂਇਆ। ਤੇ ਇੱਕ ਤੁਹਾਡੇ ਵਰਗੇ ਵੀ ਆ, ਤੁਹਾਡੇ ਵਰਗੇ ਕਾਹਤੋਂ, ਕਿਸੇ ਵਰਗੇ ਸਮਝ ਲਓ, ਤੁਹਾਨੂੰ ਪਤਾ ਕਹਿਣਾ ਹੈ ਨਾ, ਜਿਹੜੇ ਫੋਨ ਤੋਂ ਬਗੈਰ ਰਹਿੰਦੇ, ਸਵੇਰ ਤੋਂ ਸ਼ੁਰੂ ਹੋ ਜਾਂਦੇ ਫੋਨ ਦੇ ਨਾਲ ਖੇਡਣਾ, ਜੋ ਵੀ ਗੰਦ ਮੰਦ ਜਿੰਨਾ ਕੁਝ ਵੀ ਆ, ਪਹਿਲਾਂ ਤਾਂ ਸੈਲਫੀਆਂ ਹੀ ਲਈ ਜਾਣੀਆਂ। ਇਹ ਸੱਪ ਦੀਆਂ ਕੀ ਕਰਦੇ ਰਹਿੰਦੇ ਆ, ਫੋਟਾ ਖਿੱਚਦੇ ਰਹਿੰਦੇ, ਸੱਪ ਜੀਭ ਕੱਢਦਾ, ਸੱਪ ਮੂੰਹ ਬਣਾਉਂਦਾ, ਸੱਪ ਡੰਗ ਮਾਰਦਾ, ਸਾਰੀਆਂ ਸੈਲਫੀਆਂ ਲੈ ਕੇ, ਔਰ ਅੱਧਾ ਤਾਂ ਫੋਨ ਨੂੰ ਇਦਾਂ ਕਮਲਾ ਕਰ ਦਿੰਦੇ। ਉਸ ਤੋਂ ਬਾਅਦ ਇਦਾਂ ਦੇ ਡਿਜ਼ਾਈਨ ਲੱਭਦੇ ਰਹਿੰਦੇ, ਹੋਰ ਕਿਹਨੇ ਕਿੱਦਾਂ ਦੀ ਸੈਲਫੀ ਲਈ ਹੋਈ ਆ, ਉਦਾਂ ਦੀ ਲੈਣੀ ਹੈ ਨਾ। ਹਾਲੇਲੂਇਆ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸਾਡੇ ਵਿੱਚ, ਜੇ ਯਿਸੂ ਦੇ ਵਿੱਚ ਇਹ ਪਾਇਆ ਗਿਆ ਨਾ, ਉਹ ਸਮਾਨ ਤੰਬੂ ਵਾਲਾ, ਹਾਲੇਲੂਇਆ, ਤੇ ਉਹ ਸਾਡੇ ਵਿੱਚ ਵੀ ਪਾਇਆ ਜਾਣਾ ਆ। ਹਾਲੇਲੂਇਆ। ਤੇ ਯਿਸੂ ਚ ਜਦੋਂ ਇਹ ਯਿਸੂ ਰੂਪੀ ਜਦੋਂ ਪਰਦਾ ਇਹ ਬਣਾਇਆ ਗਿਆ ਹੈ, ਤੇ ਉਹਦੇ ਵਿੱਚ ਵੀ ਖੁਦਾ ਨੇ ਇਹ ਪਾ ਕੇ ਭੇਜਿਆ ਹੈ। ਤੇ ਯਿਸੂ ਮਸੀਹ ਨੇ ਪ੍ਰੇਮ ਦਾ ਕੱਲਾ ਢੰਡੋਰਾ ਨਹੀਂ ਪਟਿਆ, ਧੀਰਜ ਰੱਖ ਕੇ ਉਹਨੂੰ ਕੀ ਕੀਤਾ ਆ, ਪ੍ਰਮਾਣਿਤ ਕੀਤਾ। ਜਿਹਨੂੰ ਸਮਝ ਆ ਰਹੀ ਗੱਲ ਦੱਸੋ ਮੈਨੂੰ। ਧੀਰਜ ਦੁਆਰਾ ਇਸ ਪ੍ਰੇਮ ਨੂੰ ਕੀ ਕੀਤਾ ਉਹਨੇ, ਪ੍ਰਮਾਣਿਤ ਕੀਤਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਆਪਣੇ ਇਕਲੌਤੇ ਪੁੱਤਰ ਨੂੰ ਦੇ ਦਿੱਤਾ। ਉਹ ਦੇਣ ਆਇਆ, ਪ੍ਰਮਾਣ ਦਿੰਦਾ ਹਰ ਇੱਕ 8 ਚੀਜ਼ਾਂ ਦਾ ਪ੍ਰਮਾਣ ਉਹਨੇ ਦਿੱਤਾ। ਪ੍ਰਮਾਣ ਦਿੱਤਿਆਂ ਬਗੈਰ ਵੀ ਆਪਾਂ ਮਰਦੇ ਹਾਂ, ਤੇ ਖੁਦਾ ਦੇ ਘਰ ਵਿੱਚ ਸਾਡਾ ਕੋਈ ਪ੍ਰੋਗਰਾਮ ਹੈਗਾ ਨਹੀਂ। ਹਾਲੇਲੂਇਆ। ਸੋ ਯਿਸੂ ਮਸੀਹ ਨੇ ਇਹ ਪ੍ਰਮਾਣ ਦਿੱਤਾ ਆਪਣੇ ਵਿੱਚੋਂ ਦੀ, ਜਿੰਨੇ ਵੀ ਆਏ ਲੋਕ, ਜਿਹੜੇ ਵੀ ਤਰ੍ਹਾਂ ਦੇ ਆਏ, ਜਿੱਦਾਂ ਦਾ ਵੀ, ਸ਼ੈਤਾਨ ਵੀ ਆਇਆ, ਸੰਸਾਰ ਵੀ ਆਇਆ, ਹਾਕਮ ਵੀ ਆਏ, ਜਾਜਕ ਵੀ ਆਏ, ਹਨਾ, ਡਾਕੂ ਵੀ ਆਇਆ। ਹਾਲੇਲੂਇਆ। ਫਿਰ ਆਪਣਾ ਹੀ ਚੇਲਾ ਵੀ ਆਇਆ ਜਿਹਨੇ ਫੜਵਾਇਆ। ਹਾਲੇਲੂਇਆ। ਉਹ ਸਾਰਿਆਂ ਨੂੰ ਕੀ ਕਰਦਾ ਰਿਹਾ, ਫਿਰ ਪ੍ਰਮਾਣ ਦਿੰਦਾ ਰਿਹਾ, ਕਿਉਂਕਿ ਹਰੇਕ ਕਿਸੇ ਨਾ ਕਿਸੇ ਥਾਂ ਤਾਣੀ ਉਹਨੂੰ ਕੀ ਕਰ ਰਿਹਾ ਸੀਗਾ, ਚੈੱਕ ਕਰ ਰਿਹਾ ਸੀਗਾ। ਉਹਨੇ ਆਪਣੇ ਆਪ ਨੂੰ ਖੋਲ ਦਿੱਤਾ ਤੇ ਕਹਿੰਦਾ ਆ ਲਓ ਜੀ ਫਾੜੀਆਂ ਖਾਓ, ਤੇ ਜਾ ਕੇ ਰਸ ਦੂਸਰਿਆਂ ਨੂੰ ਵੀ ਪਿਲਾਓ। ਹਾਲੇਲੂਇਆ। ਹਾਲੇਲੂਇਆ। ਸੋ ਆਓ ਦੇਖਦੇ ਅੱਗੇ ਆਪਾਂ ਦੇਖਿਆ ਸੀਗਾ ਪਰਦੇ ਦੇ ਕਿੰਨੇ ਰੰਗ ਆ ਭਲਾ, 4 ਰੰਗ ਆ। ਪਰਦੇ ਦੇ 4 ਰੰਗ ਲਿਖ ਲਏ ਸੀ, ਰੰਗਾਂ ਦੇ ਨਾਮ ਲਿਖ ਲਏ ਸੀ। ਨਹੀਂ। ਠੀਕ ਹੈ। ਸੋ ਪਰਦੇ ਦੀ ਲਿਖਿਆ ਕਿ ਤੂੰ ਜਿਹੜਾ ਪਰਦਾ ਬਣਾਏ, 26 ਦੀ ਦੇਖ ਲਓ, ਆਪਣਾ ਕੋਚ 26 ਦੀ 31 ਹੈ ਮੇਰਾ ਖਿਆਲ। ਫਿਰ ਨੀਲੇ ਮੈਨੂੰ ਦੱਸ ਦਿਓ ਐਤ, ਮੈਂ ਵੀ ਇੱਥੇ ਲਿਖ ਦਿੰਦਾ। ਕੋਚ 26 ਦੀ 31 ਹੈ। ਹਾਂਜੀ। फिर नीले, बैंगनी और लाल रंग के केड़े रंग है भाई, नीले, बैंगनी और लाल रंग, और बटी हुई सूक्ष्म सनी वाले कपड़े का एक बीच वाला पर्दा। रंग ਉਹਦੇ 3 ਹੋਣੇ ਆ, ਤੇ ਨਾਲੇ ਸਨੀ ਵਾਲਾ ਕਪੜਾ ਵੀ ਵਿੱਚੋਂ ਸ਼ੋ ਹੋਣਾ ਹੈ, ਉਹ ਰੰਗ ਦਾ ਵੀ, ਯਾਨੀ ਕਿ ਸਫेद रंग। हालेलुया। हाँ, बीच वाला पर्दा बनवाना। हाँ, ਇਹਦੇ ਨਾਲ ਵਿੱਚ ਵਾਲਾ ਪਰਦਾ ਬਣਾਇਓ। वह कढ़ाई के काम किए हुए, ਕਢਾਈ ਦਾ ਉਹਦੇ ਵਿੱਚ ਕਿਉਂ ਨਾ ਭਲਾ। ਹਾਲੇਲੂਇਆ। ਹਾਲੇਲੂਇਆ। ਸਾਰੇ ਦੇ ਵਿੱਚ ਕਿਉਂ ਨਾ ਆ, ਕਢਾਈ ਦਾ ਕੰਮ ਆ। ਕਢਾਈ ਦੇ ਕੰਮ ਤੋਂ ਤਾਂ ਆਪਾਂ ਦੇਖੇ ਹੋਇਆ, ਅਗਰ ਕਢਾਈ ਹੋਣੀ ਆ ਤੇ ਸੂਈਆਂ ਨੇ ਕੀ ਕਰਨਾ ਹੈ, ਚੁਭਣਾ ਹੋਣਾ ਹੈ, ਸੂਈਆਂ ਨੇ ਆਉਣਾ, ਨਾਲ ਇੱਕ ਧਾਗਾ ਵੀ ਛੱਡੀ ਜਾਣਾ। ਹਾਲੇਲੂਇਆ। ਜੋ ਡਿਜ਼ਾਈਨ ਹੈ ਉਸੇ ਟਾਈਪ ਦੇ ਨਾਲ ਸੂਈਆਂ ਨੇ ਆਉਣਾ। ਸੋ ਸਾਡੇ ਖੁਦਾ ਸੂਈ ਕੋਈ ਵੀ
ਆਵਾਗੌਣ ਨਹੀਂ ਲੱਗਣ ਦਿੰਦਾ। ਆਪਾਂ ਸੋਚ ਲੈਂਦੇ ਕਿ ਫਜ਼ੂਲ ਲੱਗ ਗਈ ਆ, ਆਪਣੀ ਖੁਦੀ ਦਾ ਰੋਣਾ ਕੀ ਰਹਿੰਦਾ, ਫਜ਼ੂਲ ਲੱਗੀ। ਹਾਲੇਲੂਇਆ ਹਾਲੇਲੂਇਆ। ਸੋ ਯਿਸੂ ਮਸੀਹ ਦੇ ਜੋ ਕੇਲੇ ਲੱਗੇ, ਸਿਰ ਤੇ ਕੰਡਿਆਂ ਦਾ ਤਾਜ ਲੱਗਾ, ਪਸਲੀ ਚ ਨੇਜਾ ਵੱਜਾ, ਕੋਈ ਫਜ਼ੂਲ ਵੱਜਾ? ਜੋ ਪਿੱਛੇ ਠਹਿਰਾਇਆ ਸੀ ਪੁੱਛਣ ਕੈਸੀ ਹਿਸਾਬ ਦੇ ਉਹਨੇ ਬਲੀ ਹੋਣਾ ਆ, ਉਸੇ ਹਿਸਾਬ ਨਾਲ ਹੋ ਗਿਆ ਨਾ। ਹਾਲੇਲੂਇਆ। ਕਿਤੇ ਵੀ ਇਦਾਂ ਦਾ ਕੋਈ ਸਿਸਟਮ ਆਇਆ ਨਹੀਂ। ਸੋ ਸੂਈਆਂ ਇੱਕ ਛਾਪ ਕਰਕੇ ਖੁਦਾ ਨੇ ਸਾਨੂੰ ਕੀ ਕਰ ਦੇਣਾ ਹੈ। ਕਹਿੰਦਾ ਯਿਸੂ ਮਸੀਹ ਨੇ ਕਿਹਾ ਸ਼ੈਤਾਨ ਨੇ ਸ਼ਮੌਨ ਸ਼ੈਤਾਨ ਨੇ ਤੁਹਾਨੂੰ ਮੇਰੇ ਤੋਂ ਮੰਗ ਲਿਆ ਆ ਕਿ ਤੁਹਾਨੂੰ ਕੀ ਕਰੇ, ਛੱਜ ਚ ਪਾ ਕੇ ਛੱਟੇ, ਮਤਲਬ ਤੁਹਾਡੇ ਚ ਕੀ ਖੋਬੇ, ਸੂਈਆਂ ਖੋਬੇ। ਮੈਂ ਛਾਪ ਲਾਤੀ ਹੈ ਤੁਹਾਡੇ ਤੇ। ਹਾਲੇਲੂਇਆ। ਜੋ ਡਿਜ਼ਾਈਨਿੰਗ ਸੀਗੀ ਉਹਦੀ ਛਾਪ ਦੇ ਦਿੱਤੀ। ਪਹਿਲਾਂ ਪੈਨਸਲ ਨਾਲ ਮਾਰਤਾ ਜਾਂਦਾ ਨਾ, ਇੱਕ ਮਾਰਕ ਕਰ ਦਿੱਤਾ ਜਾਂਦਾ ਕਿਦਾਂ ਦਾ ਡਿਜ਼ਾਈਨ ਹੋਣਾ, ਤੇ ਹੁਣ ਸੂਈਆਂ ਖੋਬਣ ਵਾਲਾ ਪ੍ਰੋਗਰਾਮ ਮੇਰੇ ਵਾਲਾ ਨਿਗਾ। ਉਹ ਕਿਹੜੇ ਭਾਊ ਦੇ ਕੋਲ ਆ? ਹਾਲੇਲੂਇਆ। ਉਹਨੇ ਆ ਕੇ ਖੋਬਣੀਆਂ ਆ, ਤੇ ਮੈਂ ਖੁਦਾ ਦੇ ਅੱਗੇ ਪ੍ਰਾਰਥਨਾ ਕੀਤੀ ਆ ਕਿ ਤੁਹਾਡਾ ਵਿਸ਼ਵਾਸ ਜਾਂਦਾ ਨਾ ਰਹੇ, ਕਿਉਂਕਿ ਇਹਦੇ ਵਿੱਚ ਕਿਹੜਾ ਖਤਰਾ ਹੈ? ਇਹਦੇ ਵਿੱਚ ਵਿਸ਼ਵਾਸ ਦੇ ਜਾਣ ਦਾ ਕੀ ਹੈ ਭਲਾ? ਖਤਰਾ ਆ। ਕਈਆਂ ਦਾ ਚਲੇ ਜਾਂਦਾ ਨਾ, ਇੱਕ ਸੂਈ ਤੇ ਤੜਫੁੱਟਦੇ ਆ। ਮੈਂ ਨਹੀਂ ਪਾਦਰੀ ਨਾਲ ਬੋਲਣਾ, ਅਸੀਂ ਨਹੀਂ ਬੰਦਗੀਆਂ ਤੇ ਜਾ ਕਰਨਾ, ਐਵੇਂ ਰੌਲਾ ਰੱਪਾ। ਹਾਲੇਲੂਇਆ। ਸੋ ਉੱਥੇ ਉਹ ਕੀ ਆ, ਕਹਿੰਦਾ ਮੈਂ ਕਰਤੀ ਹੈ ਪ੍ਰਾਰਥਨਾ ਕਿ ਤੁਹਾਡਾ ਵਿਸ਼ਵਾਸ ਨਾ ਜਾਂਦਾ ਰਹੇ, ਤੇ ਜਦੋਂ ਤੂੰ ਮੁੜੇ ਇਹ ਭਾਈਆਂ ਨੂੰ ਕੀ ਕਰੀ, ਸਾਂਭ ਲਈ। ਹਾਲੇਲੂਇਆ। ਆਪਾਂ ਤਾਂ ਜਾਣੇ ਆ ਤੇ ਨਾਲ ਭਾਈਆਂ ਨੂੰ ਵੀ। ਓਏ ਸੂਈਆਂ ਨੇ ਆਪਣੇ ਕੋਲ, ਆਪਾਂ ਨੇ ਸੂਈਆਂ ਵਾਲਾ ਕੀ ਪ੍ਰੋਗਰਾਮ ਹੈ? ਆਪਾਂ ਤਾਂ ਲੈਣ ਆਏ ਸੀ ਆਸ਼ੀਸ਼ਾਂ ਤੇ ਬਰਕਤਾਂ, ਚੰਗਾਈਆਂ। ਇਹ ਦਿੰਦੇ ਸਾਨੂੰ ਜ਼ਖਮ। ਹਾਲੇਲੂਇਆ ਹਾਲੇਲੂਇਆ। ਹਲੇ ਪਹਿਲੀ ਵੀ ਗਈ। ਸੱਚੇ ਉਪਦੇਸ਼ ਚ ਕੀ ਹੈ ਭਲਾ? ਜ਼ਖਮ ਹੈ। ਪਰ ਇਹ ਤਾਂ ਧਾਰਮਿਕਤਾ ਦੇ ਵਸਤਰ ਹੈ ਨਾ, ਜਿਹੜੇ ਪਹਿਨੇ ਹੋਏ ਦੁਲਹਨ ਨੇ ਕੀ ਹੋਣਾ ਹੈ? ਤਿਆਰ ਹੋਣਾ ਹੈ। ਹਾਲੇਲੂਇਆ ਹਾਲੇਲੂਇਆ। ਆ ਜੀ 31 ਦੇ ਵਿੱਚ, ਹਾਂ 31 ਪੜ੍ਹੇ ਜਾ। 31 ਤੇ 32 ਹੋ ਗਈ ਜਾਂ 31 ਕੱਲੀ ਹੈ? 32 ਦੇ ਵਿੱਚ ਸੋਨੇ ਦੇ ਖੰਭੇ ਖੁੰਭੇ। ਅੱਛਾ ਜੀ 31 ਹੈ, ਠੀਕ ਹੈ। ਦੁਬਾਰਾ पढ़ दो। फिर नीले बैंगनी और लाल रंग के बटी हुई सूक्ष्म सनी वाले कपड़े का एक बीच वाला पर्दा बनवाना। बीच वाला पर्दा बनाना। वह कढ़ाई की काम किए हुए करूबों के साथ बने। हाँ कढ़ाई का काम किया होना है, ते ओदे च की बनने आ? करूब किदा पेंट करने? नहीं कढ़ाई। अच्छा सौखा काम कपड़े ते केड़ा है? पेंट दा है, कढ़ाई दा किथों? नहीं सोहना कढ़ाई दा देखण च सोहना की है, सोहना ते मजबूत की है कढ़ाई। हालेलुया। इत्थे की होया? कढ़ाई कीती है, छापिया कढ़ाई कीती। हां हालेलुया। जो छाप दे दित्ती सी ओदे ते की होया? ਉਹ ਜਦੋਂ ਸਾਰੀਆਂ ਸੂਈਆਂ ਵੱਜ ਚੁੱਕੀਆਂ, ਸਾਰਾ ਧਾਗਾ ਉੱਥੇ ਲੱਗ ਚੁੱਕਾ, ਤੇ ਵਿੱਚੋਂ ਕੀ ਨਿਕਲਿਆ? ਕਰੂਬ। ਹਾਲੇਲੂਇਆ। ਅੱਜ ਥੋੜਾ ਜਿਹਾ ਮੈਂ ਲੇਟ ਹੋ ਗਿਆ, ਥੋੜਾ ਨੋਟ ਸੀਗਾ ਕਰੂਬ ਤੇ, ਜਿਹੜਾ ਆਪਾਂ ਬਾਅਦ ਚ ਸੁਣਾਂਗੇ। ਥੋੜਾ ਮੇਰਾ ਹੋਰ ਲਿਖਣ ਵਾਲਾ, ਖੁਦਾ ਚਾਹੋਗੇ ਤੇ ਰੰਗਾਂ ਨੂੰ ਦੇਖ ਕੇ ਫਿਰ ਆਪਾਂ ਦੇਖਾਂਗੇ, ਜਾਂ ਫਿਰ ਕੱਲ ਨੂੰ ਰੰਗ ਛੱਡ ਦਾਂਗੇ ਤੇ ਕਰੂਬ ਨੂੰ ਵਿੱਚੋਂ ਫੜ ਲਾਂਗੇ। ਕਿੱਦਾਂ ਕਰਨਾ ਹੈ? ਰੰਗ ਕਰ ਲਈ ਪਹਿਲਾਂ, ਰੰਗ ਕਰ ਲੈਣੇ ਨਾ, ਫਿਰ ਸਿਸਟਮ ਚ ਆ ਜਾਊਗਾ। ਤੇ ਬਾਅਦ ਚ ਇਹਦੇ ਵਿਸ਼ੇ ਦੇ ਵਿੱਚ ਆਪਣੇ ਨਾ ਕੁਛ ਅੱਗਾ ਪਿੱਛਾ ਆ, ਤੇ ਮੈਂ ਤੁਹਾਨੂੰ ਉਹਦੇ ਨੰਬਰ ਦੇ ਦੂੰਗਾ। ਇਸ ਨੰਬਰ ਤੇ ਇਸ ਵਿਸ਼ੇ ਨੂੰ ਰੱਖਣਾ ਹੈ, ਇਸ ਤੇ ਇਸ ਵਿਸ਼ੇ ਨੂੰ ਰੱਖਣਾ, ਕਿਉਂਕਿ ਮੈਨੂੰ ਜਿੱਦਾਂ ਮਿਲਦਾ ਜਾ ਰਿਹਾ ਮੈਂ ਸਾਰਾ ਤੁਹਾਡੇ ਕੋਲ ਲਈ ਆਉਣਾ ਹੈ। ਸੀਰੀਅਲ ਵਾਈਜ਼ ਅਸੀਂ ਬਾਅਦ ਵਿੱਚ ਇਹਨੂੰ ਕਰ ਦਵਾਂਗੇ। ਹਾਲੇਲੂਇਆ। ਪਰ ਸਮਝ ਆ ਰਹੀ ਨਾ ਜੋ ਗੱਲ ਕਰ ਰਹੇ ਹਾਂ? ਹਾਲੇਲੂਇਆ। ਸੋ ਉੱਥੇ ਹੁਣ ਜਿਹੜੀ ਨਕਾਸ਼ੀ ਹੋਈ ਆ, ਉਹਦੇ ਤੇ ਜੋ ਵੀ ਕਢਾਈ ਹੋਈ ਆ, ਉਹਦੇ ਚੋਂ ਆਇਆ ਕੌਣ ਆ? ਸਾਹਮਣੇ ਕੌਣ ਆ ਗਿਆ? ਕਰੂਬ ਆ ਗਿਆ। ਹਾਲੇਲੂਇਆ। ਕਰੂਬ ਮੇਰਾ ਖਿਆਲ ਬਾਕੀ ਨਹੀਂ ਸਮਝਦੇ ਹੋਣੇ। ਕਰੂਬ ਹੁੰਦਾ ਉਹ ਫਰਿਸ਼ਤੇ ਜਿਨ੍ਹਾਂ ਦੇ 4 ਖੰਭ ਹੁੰਦੇ ਆ। ਹਾਲੇਲੂਇਆ। ਜਾਂ ਦੂਸਰੇ ਸ਼ਬਦਾਂ ਵਿੱਚ ਉਹ ਕਰੂਬ ਜਿਹੜੇ ਤਖਤ ਨੂੰ ਕੀ ਕਰਦੇ ਆ? ਚੱਕਦੇ ਆ। ਹਾਲੇਲੂਇਆ। ਤਖਤ ਨੂੰ ਚੱਕ ਲੈਂਦੇ ਕਰੂਬ, ਵੱਖਰੇ ਵੱਖਰੇ ਹਿਸਾਬ ਕਿਤਾਬ ਦੇ ਨਾਲ। ਸੋ ਮੇਰੇ ਕਹਿਣ ਤੋਂ ਭਾਵ ਆ, ਇਹ ਕਰੂਬ पे ਜਿਹੜਾ ਆ ਇਹ ਨਜ਼ਰ ਆ ਗਿਆ ਆ, ਤੇ ਇੱਕ ਬਹੁਤ ਇੱਕ ਸੁੰਦਰ ਉਹਦੇ ਤੇ
ਕਢਾਈ ਹੋ ਗਈ। ਹਾਲੇਲੂਇਆ। ਹਾਲੇਲੂਇਆ। ਹੁਣ ਇਹ ਕਢਾਈ ਸਾਡੇ ਤੇ ਹੋ ਰਹੀ ਆ। ਜਦੋਂ ਸਾਡੇ ਤੇ ਇਹ ਕਢਾਈ ਹੋ ਰਹੀ ਹੈ ਤੇ ਇਸ ਟਾਈਮ ਦੇ ਵਿੱਚ ਅਸੀਂ ਕੀ ਆ, ਜਦੋਂ ਇਸ ਦੇਹ ਤੇ ਇਹ ਕਢਾਈ ਹੁੰਦੀ ਤੇ ਅਸੀਂ ਉਸ ਟਾਈਮ ਤੇ ਕੀ ਆ, ਸੰਸਾਰ ਵਿੱਚ ਰਹਿੰਦੇ ਹੋਏ ਲਹੂ ਲੁਹਾਨ ਆ। ਕਿਉਂਕਿ ਯਿਸੂ ਤੇ ਇਹ ਕਢਾਈ ਹੋਈ ਆ ਤੇ ਕੋੜੇ ਮਾਰੇ ਗਏ ਤੇ ਪਿੰਡਾ ਕੀ ਕਰਤਾ ਗਿਆ, ਸਾਰਾ ਛੱਲੀ ਕਰਤਾ। ਛਲਣੀ ਕਰ ਦਿੱਤਾ ਗਿਆ। ਚਿਹਰਾ ਵੀ ਫਟ ਗਿਆ, ਹਨਾ, ਸਿਰ ਵੀ ਪੂਰੀ ਤਰ੍ਹਾਂ ਸੂਲਾਂ ਦੇ ਨਾਲ ਭਰ ਦਿੱਤਾ ਗਿਆ। ਹੱਥ ਪੈਰ ਬੱਚੇ ਸੀ, ਉਹਨਾਂ 'ਚ ਵੀ ਕੇਲ ਠੋਕ ਦਿੱਤੇ ਗਏ। ਕੋਈ ਹਿੱਸਾ ਛੱਡਿਆ ਨਹੀਂ। ਹਾਲੇਲੂਇਆ। ਇੰਨਾ ਜ਼ਬਰਦਸਤ ਇੱਕ ਸਰਾਪਿਆ ਹੋਇਆ ਵਾਂਗੂ ਉਹਦੀ ਸ਼ਕਲ ਉੱਥੇ ਆ। ਲੋਕੀ ਵੀ ਯਾਨੀ ਕਿ ਉਹ ਕੱਪੜਾ ਵੀ ਉਹਦੇ ਤੇ ਰਹਿਣ ਨਹੀਂ ਦਿੱਤਾ, ਨੰਗਾ ਕਰਕੇ ਉਹਨੂੰ ਸਲੀਬ ਤੇ ਟੰਗ ਦਿੱਤਾ। ਲੋਕੀ ਉਹ ਤੋਂ ਮੂੰਹ ਛਪਾ ਕੇ ਕੀ ਕਰ ਰਹੇ ਆ, ਜਾ ਰਹੇ ਆ। ਹਾਲੇਲੂਇਆ। ਸੋ ਸੰਸਾਰ ਦੇ ਵਿੱਚ ਤਾਂ ਫੇ ਸੰਸਾਰ ਵਾਲਿਆਂ ਨੂੰ ਉਹਦਾ ਅਸਲੀ ਰੂਪ ਫੇ ਨਜ਼ਰ ਆਇਆ ਨਹੀਂ। ਹਾਲੇਲੂਇਆ। ਹਾਲੇਲੂਇਆ। ਪਰ ਜਿਨ੍ਹਾਂ ਤੇ ਫਿਰ ਪਵਿੱਤਰ ਆਤਮਾ ਉਹ ਢੇਲਿਆ ਗਿਆ, ਉਹਨਾਂ ਨੂੰ ਫਿਰ ਉਹਦੇ ਵਿੱਚ ਜਿਹੜੀ ਨਕਾਸ਼ੀ ਹੋਈ ਸੀ ਉਹ ਸਾਫ਼-ਸਾਫ਼ ਨਜ਼ਰ ਆ ਗਈ। ਹਾਲੇਲੂਇਆ। ਔਰ ਉਹ ਸਜਾਵਟ ਦੇਖ ਕੇ ਕਲਾਮ ਇਹ ਦਾਦਾ ਯੋਹਨਾ ਜਿਹੜਾ ਸੀ ਮੁੰਡੇ ਮੂੰਹ ਕੀ ਹੋ ਗਿਆ, ਭਲਾ ਡਿੱਗ ਪਿਆ। ਇੰਨੀ ਰੋਸ਼ਨੀ ਤੇ ਇੰਨਾ ਜਲਾਲ ਇਹਦੇ ਵਿੱਚ ਭਰਿਆ ਪਿਆ ਸੀ। ਇੱਥੇ ਸੂਈਆਂ ਹੀ ਆ। ਹਾਲੇਲੂਇਆ। ਇੱਥੇ ਤੁਸੀਂ ਫੁੱਲਾਂ ਦੀ ਉਮੀਦ ਰੱਖਿਓ ਨਾ। ਹਾਲੇਲੂਇਆ। ਇੱਥੋਂ ਕੀ ਮਿਲਣਾ ਸਾਨੂੰ? ਸੂਈਆਂ ਮਿਲਣੀਆਂ। ਔਰ ਇਹ ਪਲਾਨ ਕਿਹਦਾ ਆ? ਸਾਡੇ ਖੁਦਾ ਦਾ ਆ, ਸ਼ੈਤਾਨ ਦਾ ਨਹੀਂ। ਹਾਲੇਲੂਇਆ। ਸੋ ਇੱਥੇ ਜਿਹੜੀਆਂ ਸੂਈਆਂ ਆ ਇਸ ਲਈ ਫਿਰਨੀਆਂ ਕਿ ਇਹ ਮੇਰੇ ਘਰ ਦੇ ਵਿੱਚ ਲੱਗਣ ਦੇ ਲਾਇਕ ਹੋ ਜਾਏ। ਹਾਲੇਲੂਇਆ। ਹਾਲੇਲੂਇਆ। ਸੋ ਆਓ ਇੱਥੇ ਕਰੂਬਾਂ ਨੂੰ ਆਪਾਂ ਸਾਈਡ ਤੇ ਰੱਖਦੇ ਹਾਂ, ਬਾਅਦ ਵਿੱਚ ਦੇਖਾਂਗੇ। ਰੰਗ ਦੇਖ ਲੈਨੇ ਆ। ਲਿਖ ਲਓ, ਨੀਲਾ, ਨੰਬਰ 2 ਬੈਂਜਨੀ, ਨੰਬਰ 3 ਲਾਲ, ਨੰਬਰ 4 ਸਫੇਦ। ਕੁਝ 26-31 ਚ ਆਪਾਂ ਨੇ ਦੇਖਿਆ। ਔਰ ਇੱਕ ਕੋਈ ਫੋਨ ਤੁਹਾਡੇ ਕੋਲ ਵੱਧ ਹੁੰਦਾ, ਮੈਨੂੰ ਦੱਸ ਦਿਓ, ਮੈਨੂੰ ਟਾਈਮ ਦਾ ਵੀ ਥੋੜਾ ਪਤਾ ਨਹੀਂ। ਇਹਦੇ ਤਾਂ ਕਈ ਵਾਰ ਟਾਈਮ ਇੱਧਰ ਉੱਧਰ ਹੋ ਜਾਂਦਾ। 8-16 ਠੀਕ ਹੈ। ਕਿਹੜਾ ਕਿਹੜਾ ਰੰਗ ਹੈ ਜੀ? नीला, बैंगनी, लाल और सफेद। हाँ जी। सूक्ष्म सनी वाला ਜਿਹੜਾ ਸੀਗਾ ਨਾ, ਕਤਾਨ, ਉਹਨੂੰ ਕਹਿੰਦੇ ਆ। ਯਾਨੀ ਕਿ ਦੂਸਰੇ ਸ਼ਬਦਾਂ ਵਿੱਚ ਆਪਾਂ ਕਹਿ ਦਈਏ ਕਿ ਖੱਦਰ, ਕਾਟਨ ਚਿੱਟੀ। ਹਾਂਜੀ, ਕਾਟਨ। ਠੀਕ ਹੈ ਜੀ। ਸੋ ਇਹ 4 ਰੰਗ ਆ। ਪਹਿਲਾ ਜਿਹੜਾ ਨੀਲਾ ਆ ਉਹਦੇ ਅੱਗੇ ਲਿਖ ਲਓ ਈਸ਼ਵਰੀ ਪ੍ਰੇਮ ਨੂੰ ਦਿਖਾਉਂਦਾ। ਹੁਣ ਫਿਰ ਆਪਾਂ ਨੂੰ ਈਸ਼ਵਰੀ ਪ੍ਰੇਮ ਵੀ ਦੇਖ ਕੇ ਆਉਣਾ ਪੈਣਾ, ਕਿਉਂਕਿ ਪੜਦੇ ਨੂੰ ਆਪਾਂ ਇਦਾਂ ਕਿਦਾਂ ਕ੍ਰੋਸ ਕਰ ਦਈਏ। ਈਸ਼ਵਰੀ ਪ੍ਰੇਮ ਦਾ ਇੱਕ ਸਾਡੇ 'ਚ ਇੱਕ ਜਜ਼ਬਾ ਆਉਣਾ ਆ, ਕਿਉਂਕਿ ਪੜਦੇ ਨੂੰ ਆਪਾਂ ਕੀ ਕਰਨਾ ਹੈ? ਪੜਦੇ ਨੂੰ ਇਕੱਲਾ ਦੇਖਣਾ ਨਹੀਂ, ਪੜਦੇ ਨੂੰ ਕੀ ਕਰਨਾ ਹੈ? ਕ੍ਰੋਸ ਕਰਨਾ। ਹਾਲੇਲੂਇਆ। ਕ੍ਰੋਸ ਛੱਡੋ, ਪਰਦਾ ਸਾਡੇ ਸਾਹਮਣੇ ਕੀ ਹੋਣਾ ਆ? ਫਟਣਾ ਆ, ਜਿੱਦਾਂ ਯਿਸੂ ਮਸੀਹ ਦੇ ਸਾਹਮਣੇ ਫਟਿਆ। ਹਾਲੇਲੂਇਆ। ਹਾਲੇਲੂਇਆ। ਆ ਜਾਓ। ਨੀਲਾ ਈਸ਼ਵਰੀ ਪ੍ਰੇਮ ਨੂੰ ਦਿਖਾਉਂਦਾ, ਔਰ ਬੈਂਗਨੀ ਈਸ਼ਵਰੀ ਮਹਿਮਾ ਨੂੰ ਦਿਖਾਉਂਦਾ। ਈਸ਼ਵਰੀ ਮਹਿਮਾ, ਜਲਾਲ, ਈਸ਼ਵਰੀ, ਇਹਨੂੰ ਅਧਿਕਾਰ ਵੀ ਕਹਿ ਸਕਦੇ। ਠੀਕ ਹੈ। ਪਰਮੇਸ਼ਵਰ ਦੀ ਜੋਤ ਵੀ ਇਹਨੂੰ ਕਹਿ ਸਕਦੇ ਹਾਂ, ਰੋਸ਼ਨੀ ਵੀ ਇਹਨੂੰ ਕਹਿ ਸਕਦੇ ਹਾਂ। ਬੈਂਗਨੀ ਈਸ਼ਵਰੀਏ ਜਲਾਲ ਨੂੰ, ਜਦੋਂ ਬੈਂਗਨੀ ਅਸਲ ਦੇ ਵਿੱਚ ਕੀ ਕਰਦਾ ਹੈ? ਰਾਜਕੀਏ ਜਾਂ ਸ਼ਾਹੀ ਕਲਰ ਹੈਗਾ। ਇਹਨੂੰ ਕੌਣ ਪਹਿਨਦੇ ਆ? ਰਾਜਾ ਲੋਕ। ਹਾਲੇਲੂਇਆ। ਤੇ ਰਾਜਿਆਂ ਕੋਲ ਸੋਨਾ, ਚਾਂਦੀ, ਹੀਰੇ, ਮੋਤੀ ਆ, ਉਹ ਉਹਨਾਂ ਦੀ ਕੀ ਆ? ਮਹਿਮਾ ਆ। ਹਾਲੇਲੂਇਆ। ਤੇ ਖੁਦਾ ਦੇ ਕੋਲ ਕੀ ਆ? ਈਸ਼ਵਰੀਏ ਮਹਿਮਾ। ਹਾਲੇਲੂਇਆ। ਈਸ਼ਵਰੀਏ ਮਹਿਮਾ ਦੇ ਵਿੱਚ ਅਸੀਂ ਜਦੋਂ ਅਸਮਾਨ ਨੂੰ ਦੇਖਦੇ ਨਾ, ਬੱਦਲ ਹਟਿਆ ਹੋਇਆ ਨੂੰ, ਤੇ ਕਿੱਦਾਂ ਦਾ ਨਜ਼ਰ ਆਉਂਦਾ? ਨੀਲਾ। ਈਸ਼ਵਰੀਏ ਪ੍ਰੇਮ, ਨੀਲਾ ਰੰਗ, ਸੌਰੀ ਨੀਲਾ। ਈਸ਼ਵਰੀਏ ਪ੍ਰੇਮ ਨੂੰ, ਤੇ ਖੁਦਾ ਦੀ ਮਹਿਮਾ ਯਾਨੀ ਕਿ ਖੁਦਾ ਦਾ ਜਲਾਲ। ਦੂਸਰਾ
ਤੀਸਰਾ ਹੈਗਾ ਆ ਲਾਲ ਰੰਗ। ਲਾਲ ਕੁਰਬਾਨੀ ਨੂੰ, ਲਹੂ ਨੂੰ, ਕੁਰਬਾਨੀ ਨੂੰ ਜਾਂ ਮਸੀਹ ਦੇ ਲਹੂ ਨੂੰ ਦਿਖਾਉਂਦਾ। सफेद, सफेद परमेश्वर की धार्मिकता, पवित्रताई, धार्मिकता और पवित्रताई नूं दिखाउंदा। ਇਹਦੇ ਵਿੱਚ ਤੁਸੀਂ ਨਾਲ ਐਡ ਕਰ ਸਕਦੇ ਸਿੱਧਤਾ ਨੂੰ ਵੀ, ਨਿਸ਼ਕਲੰਕਤਾ, ਸਿੱਧਤਾ ਔਰ ਮੁਕਤੀ ਨੂੰ ਵੀ ਇਹ ਦਿਖਾਉਂਦਾ। ਜਿੱਦਾਂ ਅਸੀਂ ਪਹਿਲਾਂ ਬਾਹਰ ਕਨਾਤ ਵਿੱਚ ਦੇਖ ਕੇ ਆਏ ਨਾ, ਉਹ ਤਿੰਨ ਚੀਜ਼ਾਂ ਨੂੰ ਬਿਆਨ ਕਰ ਰਹੀ ਆ, ਧਾਰਮਿਕਤਾ ਨੂੰ, ਹਨਾ, ਔਰ ਨਾਲ ਕੀ ਕਰ ਰਹੀ ਆ, ਮੁਕਤੀ ਨੂੰ, ਔਰ ਨਾਲ ਕੀ ਕਰ ਰਹੀ ਆ, ਪਵਿੱਤਰਤਾਈ ਨੂੰ। ਹਾਲੇਲੂਇਆ। ਇਹ ਚੀਜ਼ ਉੱਥੇ ਜਦੋਂ ਉਸ ਜਗ੍ਹਾ ਤੇ ਹੈਗੀ ਆ, ਉਹ ਹੈਗੀ ਆ ਵਿਸ਼ਵਾਸੀਆਂ ਦੇ ਲਈ। ਉਹ ਕਹਿੰਦੀ ਆ ਉੱਥੇ ਵਿਸ਼ਵਾਸੀਆਂ ਦੇ ਲਈ। ਇੱਥੇ ਹੁਣ ਕੀ ਆ, ਇਹ ਵਿਸ਼ਵਾਸੀਆਂ ਦੇ ਲਈ ਜੋ ਨਿਕਲ ਰਿਹਾ, ਉਹ ਕਿਹਦੇ ਵਿੱਚੋਂ ਨਿਕਲ ਰਿਹਾ ਆ, ਯਿਸੂ ਮਸੀਹ ਦੇ ਵਿੱਚੋਂ। ਸਾਡੇ ਲਈ ਜਿਹੜੀ ਮੁਕਤੀ ਆ ਉਹ ਆਈ ਕਿੱਥੋਂ ਆ ਭਲਾ? ਅਸੀਂ ਮੁਕਤ ਹੋ ਗਏ ਕਨਾਤ ਦੇ ਵਿੱਚ। ਅਸੀਂ ਕੀ ਹੋ ਗਏ? ਸਮਝ ਲਓ ਜਿਹੜੇ ਲੱਗੇ ਉਹ ਕੀ ਹੋ ਗਿਆ, ਮੁਕਤ ਹੋ ਗਏ। ਤੇ ਉਹ ਮੁਕਤੀ ਆਈ ਕਿੱਥੋਂ ਆ? ਯਿਸੂ ਮਸੀਹ। ਹਾਲੇਲੂਇਆ। ਸਮਝ ਆਈ ਗੱਲ? ਬਾਹਰਲੇ ਪਾਸੇ ਆਪਾਂ ਦੇਖਦੇ ਆ ਮੁਕਤ ਹੋਇਆਂ ਨੂੰ, ਤੇ ਅੰਦਰਲੇ ਪਾਸੇ ਆਪਾਂ ਦੇਖਦੇ ਮੁਕਤੀ ਦਾਤਾ ਨੂੰ। ਹਾਲੇਲੂਇਆ। ਸਮਝ ਗਏ? ਹਾਲੇਲੂਇਆ। ਸੋ ਇਹਦੇ ਵਿੱਚ ਇੱਕ ਵਚਨ ਆਪਾਂ ਪੜ੍ਹ ਕੇ ਫਿਰ ਪ੍ਰਾਰਥਨਾ ਕਰਦੇ ਹਾਂ। ਕਹੋਤਾਂ 17 ਦੀ 19 ਹੈ। ਨੀਲੇ ਰੰਗ ਨੂੰ ਆਪਾਂ ਦੇਖ ਲੈਂਦੇ ਹਾਂ ਨਾ। ਨੀਲਾ ਰੰਗ ਫਿਰ ਦੁਬਾਰਾ ਲਿਖ ਲਓ ਮੋਟਾ ਕਰਕੇ, ਨੀਲਾ ਰੰਗ। ਪਹਿਲਾਂ ਆਪਾਂ ਇਹਦੇ ਪੁਆਇੰਟ ਲਿਖ ਲਏ ਆ, ਹੁਣ ਇੱਕ ਇੱਕ ਪੁਆਇੰਟ ਆਪਾਂ ਅਗਾਂਹ ਜਾ ਕੇ ਦੇਖਦੇ ਜਾਵਾਂਗੇ। ਨੀਤੀ ਵਚਨ, ਨੀਲਾ ਰੰਗ, ਨੀਤੀ ਵਚਨ ਜਾਂ ਕਹੋਤਾਂ 17 ਦੀ 9 ਦੇਖੀਏ ਨਾ। ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਪਾਲਦਾ ਹੈ। ਹਾਂ। ਪਰ ਜੋ ਕਿਸੇ ਗੱਲ ਨੂੰ ਬਾਰ ਛੇੜਦਾ ਹੈ ਉਹ ਜਾਨੀ ਮਿੱਤਰਾਂ ਵਿੱਚ ਪੁੱਟ ਪਾ ਦਿੰਦਾ ਹੈ। ਹਾਂ। ਜਿਹੜਾ ਕਿਹਨੂੰ ਭਾਲਦਾ ਹੈ? ਅਪਰਾਧ ਨੂੰ ਢੱਕ ਲੈਂਦਾ। ਨਾ ਸ਼ੁਰੂ ਕਿਦਾਂ ਹੈ ਤੇ ਜਿਹੜਾ ਪ੍ਰੇਮ ਨੂੰ ਭਾਲਦਾ। ਗੱਲ ਹੁਣ ਆਪਾਂ ਕਿਹੜੀ ਦੇਖਣ ਲੱਗੇ ਆ? ਪ੍ਰੇਮ ਨੂੰ। ਹਾਂ, ਈਸ਼ਵਰੀਏ ਪ੍ਰੇਮ ਨੂੰ। ਤੇ ਇਹ ਨੀਲਾ ਰੰਗ ਕਿਹਨੂੰ ਦਿਖਾਉਂਦਾ ਆ? ਈਸ਼ਵਰੀਏ ਪ੍ਰੇਮ ਨੂੰ ਦਿਖਾਉਂਦਾ ਹੈ। ਔਰ ਇਹਦੇ ਵਿੱਚ ਪ੍ਰੇਮ ਦੇ ਬਾਰੇ ਆਪਾਂ ਜਿਹੜੀ ਸ਼ੁਰੂਆਤ ਹੈ ਇੱਥੋਂ ਦੇਖ ਲੈਂਦੇ ਆ ਕਿ ਜਿਹੜਾ ਪ੍ਰੇਮ ਨੂੰ ਭਾਲਦਾ ਆ ਉਹ ਅਪਰਾਧ ਨੂੰ ਕੀ ਕਰ ਦਿੰਦਾ ਆ? ਦੱਸੋ ਵੀ ਸਾਡੇ ਕੀ ਕੀਤੇ ਆ? ਅਪਰਾਧ ਢਕੇ। ਹਾਲੇਲੂਇਆ। ਉੱਥੇ ਢੱਕਦੇ ਸੀ ਜਾਨਵਰਾਂ ਦੇ ਨਾਲ, ਜਾਨਵਰਾਂ ਦੇ ਲਹੂ ਦੇ ਨਾਲ। ਹਾਲੇਲੂਇਆ। ਇੱਥੇ ਕਿਹਦੇ ਨਾਲ ਢੱਕੇ ਗਏ ਆ? ਯਿਸੂ ਦੇ। ਤੇ ਜਿਹੜੇ ਜਾਨਵਰਾਂ ਦੇ ਲਹੂ ਨਾਲ ਢੱਕ ਹੁੰਦੇ ਸੀ ਉਹ ਕਿੱਥੋਂ ਤੱਕ ਸੀਗੇ? ਪ੍ਰਾਣ ਤੱਕ ਸੰਬੰਧਿਤ ਸੀ, ਵਿਵੇਕ ਨੂੰ ਨਹੀਂ ਸੀ। ਪਰ ਇੱਥੇ ਜਿਹੜਾ ਲਹੂ ਆ ਕਿੱਥੋਂ ਤੱਕ ਕਵਰ ਕਰ ਰਿਹਾ ਹੈ? ਹਨਾ, ਪੂਰੀ ਤੌਰ ਦੇ ਨਾਲ ਸਾਨੂੰ ਕਵਰ ਕਰ ਰਿਹਾ ਆ। ਕਿਤੇ ਵੀ ਕੁਝ ਵੀ ਹੋਰ ਨਜ਼ਰ, ਨੰਗਾਪਨ ਨਜ਼ਰ ਆਉਂਦਾ ਨਹੀਂ। ਸੋ ਇੱਥੇ ਆਪਾਂ ਨੂੰ ਇੱਕ ਸਿੱਖਿਆ ਮਿਲਦੀ ਆ ਕਿ ਜਿੱਦਾਂ ਯਿਸੂ ਮਸੀਹ ਨੇ ਢੱਕ ਦਿੱਤਾ ਸਾਨੂੰ, ਅਸੀਂ ਵੀ ਕੀ ਕਰੀਏ ਭਲਾ? ਜੇ ਅਸੀਂ ਪ੍ਰੇਮ ਦੀ ਭਾਲ ਕਰਨੀ ਆ ਤੇ ਮਨ ਅੱਜ ਤੋਂ ਕੀ ਬਣਾਉਣਾ ਬਈ? ਅੱਜ ਕੀ ਸਮਰਪਣ ਲੈ ਕੇ ਤੇ ਚੱਲਣਾ ਆ? ਕੀ ਕਰਨਾ ਫੇ? ਅਪਰਾਧ ਨੂੰ, ਦੂਸਰਿਆਂ ਨੂੰ ਕੀ ਕਰਨਾ ਭਲਾ? ਕਿਉਂਕਿ ਇਹ ਕਿਹੜਾ ਪ੍ਰੇਮ ਆ? ਈਸ਼ਵਰੀਏ ਪ੍ਰੇਮ। ਹਾਲੇਲੂਇਆ। ਕਿਉਂਕਿ ਸਾਡੇ ਵਾਲਾ ਪ੍ਰੇਮ ਤਾਂ ਸਵਾਰਥੀ ਹੈ ਨਾ। ਸਾਨੂੰ ਜਿਹੜਾ ਮਨ ਕਰੇ ਉਹਦੇ ਚੱਕਣੇ ਕਰਕੇ ਜਾਗਰ ਕਰ ਦਈਦਾ, ਜਾਂ ਸਾਡੀ ਵਿਗੜ ਜਾਵੇ, ਜੇ ਸਾਡੇ ਕੰਮ ਨਾ ਆਵੇ, ਜੇ ਸਾਡਾ ਉਹਦੇ ਤੋਂ ਲੋੜ ਪੂਰੀ ਨਾ ਹੋਵੇ ਤਾਂ ਜੋ ਕੁਝ ਵੀ ਹੁੰਦਾ ਸਾਰਾ ਨੰਗਾ ਕਰ ਦਈਦਾ। ਹਾਲੇਲੂਇਆ। ਪਰ ਈਸ਼ਵਰੀਏ ਪ੍ਰੇਮ ਕੀ ਆ? ਢੱਕਣਾ ਆ। ਹਾਲੇਲੂਇਆ। ਹਾਲੇਲੂਇਆ। ਅਪਰਾਧ ਨੂੰ ਕੀ ਕਰ ਦਿੰਦੇ ਆ? ਢੱਕ ਦਿੰਦੇ ਆ। ਹਾਲੇਲੂਇਆ। ਸੋ ਇਹ ਜਿਹੜਾ ਪਰਦਾ ਬਣਿਆ ਆ, ਇਹਦੇ ਵਿੱਚ ਨੀਲੇ ਰੰਗ ਤੋਂ ਸਾਨੂੰ ਕੀ ਸੰਕੇਤ ਮਿਲ ਰਿਹਾ ਆ? ਇਹ ਨੀਲਾ ਰੰਗ ਈਸ਼ਵਰੀਏ ਪ੍ਰੇਮ ਹੈ। ਤੇ ਈਸ਼ਵਰੀਏ ਪ੍ਰੇਮ ਦਾ ਗੁਣ ਕੀ ਆ? ਪ੍ਰੇਮ। ਅਪਰਾਧ ਨੂੰ ਕੀ ਕਰ ਲੈਣਾ ਆ? ਢੱਕ ਲੈਣਾ। ਹਾਲੇਲੂਇਆ। ਸੋ ਢੱਕਣਾ ਹੈ। ਫਿਰ
ਅੱਗੇ ਤੋਂ ਮੈਂ ਇਦਾਂ ਦਾ ਕੋਈ ਸੁਣੂਗਾ ਕਿਸੇ ਕੋਲੋਂ ਵੀ ਫਲਾਨੀ ਨਹੀਂ ਠੀਕ ਜੀ, ਫਲਾਨਾ ਨੇ ਸਹੀ ਜੀ, ਫਲਾਨਾ ਬਹੁਤ ਗੰਦ ਪਾਉਂਦਾ, ਫਲਾਨਾ ਤਾਂ ਉਖੜਿਆ ਫਿਰਦਾ। ਕੀ ਕਰ ਲੈਣਾ ਉਹਨੂੰ? ਢੱਕ ਲੈਣਾ, ਢੱਕਣਾ ਹੈ ਤੇ ਉਹਦੇ ਲਈ ਕੀ ਕਰਨੀ ਆ? ਕੀਮਤ ਦੇਣੀ ਆ, ਪ੍ਰਾਰਥਨਾ ਕਰਨੀ ਆ, ਸੌਖਾ ਮੰਨ ਕਰਨੀ। ਹਾਲੇਲੂਇਆ ਪਿਤਾ ਹਾਲੇਲੂਇਆ। ਧੰਨਵਾਦ ਤੇਰੇ ਇਸ ਪ੍ਰੇਮ ਲਈ ਪਿਤਾ ਹਾਲੇਲੂਇਆ ਖੁਦਾਵੰਦ ਖੁਦਾ ਤੇਰਾ ਸ਼ੁਕਰ, ਤੇਰੀ ਤਾਰੀਫ ਹੋ, ਧੰਨਵਾਦ ਹੋ ਅੱਜ ਦੇ ਅੱਛੇ ਸਮੇਂ ਲਈ ਖੁਦਾਵੰਦ ਦੀ ਜਗ੍ਹਾ ਤੇਰੀ ਹਜ਼ੂਰੀ ਵਿੱਚ ਬੈਠ ਕੇ ਖੁਦਾਵੰਦ ਜਿਹੜੇ ਤੇਰੇ ਵਚਨ ਨੂੰ ਅਸੀਂ ਸਿੱਖਿਆ ਹੈ ਖੁਦਾਵੰਦ, ਔਰ ਪਰਦੇ ਦੇ 7ਵੇਂ ਸਟੈਪ ਨੂੰ ਅਸੀਂ ਦੇਖ ਰਹੇ ਹਾਂ ਖੁਦਾਵੰਦ, 7ਵੀਂ ਗੱਲ ਨੂੰ ਦੇਖ ਰਹੇ ਹਾਂ ਕਿ ਪਰਦਾ ਕਿਵੇਂ ਬਣਿਆ ਔਰ ਯਿਸੂ ਮਸੀਹ ਕਿਵੇਂ ਬਣਿਆ। ਹਾਲੇਲੂਇਆ। ਜਦ ਯਿਸੂ ਨੂੰ ਬਣਦਾ ਦੇਖ ਰਹੇ ਹਾਂ, ਸਭ ਕੁਝ ਸਵਰਗ ਤੋਂ ਆ ਹਾਲੇਲੂਇਆ ਔਰ ਈਸ਼ਵਰੀ ਆ। ਹਾਲੇਲੂਇਆ ਔਰ ਯਿਸੂ ਨੂੰ ਜਦੋਂ ਅਸੀਂ ਦੇਖਦੇ ਹਾਂ, ਈਸ਼ਵਰੀ ਪ੍ਰੇਮ ਨਾਲ ਭਰਪੂਰ ਦੇਖਦੇ ਹਾਂ ਹਾਲੇਲੂਇਆ ਔਰ ਉਹ ਮਾਫ ਕਰਦਾ ਜਾ ਰਿਹਾ, ਢੱਕਦਾ ਜਾ ਰਿਹਾ ਹੈ। ਹਾਲੇਲੂਇਆ ਔਰ ਖੁਦਾਵੰਦ ਅਸੀਂ ਵੀ ਜਦੋਂ ਆਪਣੇ ਵਿੱਚ ਉਸੇ ਆਤਮਾ ਨੂੰ ਦੇਖਦੇ ਜਿਹੜਾ ਮਸੀਹ ਦਾ ਆਤਮਾ ਕਹਾਉਂਦਾ ਹੈ, ਜਿਹੜਾ ਸਾਡੇ ਵਿੱਚ ਆ ਖੁਦਾਵੰਦ, ਅਸੀਂ ਵੀ ਖੁਦਾਵੰਦ ਆਪਣੇ ਵਿੱਚ ਈਸ਼ਵਰੀ ਪ੍ਰੇਮ ਦਿਖਾਉਂਦੇ ਹੋਏ ਢੱਕਦੇ ਜਾਈਏ। ਹਾਲੇਲੂਇਆ ਵੱਡੀ ਕਿਰਪਾ ਕਰ ਦੇਣਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ। ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪੁੱਤਰ ਆਤਮਾ ਦੀ ਫਾਕਰਾ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਪਸੰਦ ਨਾਲ ਹੁੰਦੀ ਰਹੇ। ਆਮੀਨ।